Like the video, subscribe to the channel and press the bell icon for latest video updates. ਸੋ ਇਹ ਗੱਲ ਹੈ ਇਸ ਕਰਕੇ ਇਹ ਮੁਲਕ ਬਹੁਤ ਨਾਜ਼ੁਕ ਦੌਰ ਤੇ ਪਹੁੰਚ ਗਿਆ ਜਿੱਥੇ ਆਪਣੀਆਂ ਸਾਡੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੂੰ, ਸਾਡੀ ਸਿਵਲ ਸੁਸਾਇਟੀ ਨੂੰ ਔਰ ਸਾਡੀ ਕੋਰਟ ਨੂੰ, ਸਾਡੀ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਇਸ 'ਚ ਦਖਲ ਦੇਣਾ ਬਣਦਾ। ਔਰ ਮੈਨੂੰ ਸਗੋਂ ਲੱਗਦਾ ਗਾ ਇਹ ਕਿ ਇਹਦੀ ਸਾਰੀ ਘਟਨਾ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਕਿ ਇਹ ਵਾਇਲੈਂਸ ਫੈਲਾਉਣ ਵਾਲੇ ਕੌਣ ਸੀ, ਲਾਲ ਕਿਲੇ ਵੱਲ ਲਿਜਾਣ ਵਾਲੇ ਕੌਣ ਸੀ, ਜਿਹੜੀ ਇਹ ਸਿੰਘੂ ਬਾਰਡਰ ਤੇ ਜਾਂ ਗਾਜ਼ੀਪੁਰ ਬਾਰਡਰ ਤੇ ਅਟੈਕ ਕਰਨ ਵਾਲੇ ਕੌਣ ਸੀ, ਇਹ ਕੌਣ ਲੋਕ ਸੀ ਜਿਹੜੇ ਇਦਾਂ ਇਹ ਇਕੱਠੇ ਹੋ ਕੇ ਆਏ। ਕਿਉਂਕਿ ਇੱਕ ਇਹਦਾ ਫਾਇਦਾ ਜ਼ਰੂਰ ਭਾਰਤ ਹੋ ਗਿਆ, ਜਿਵੇਂ ਕੁਦਰਤ ਆਪਣੇ ਆਪ ਇਨਸਾਫ ਕਰਦੀ ਆ ਕਿ ਜਿਹੜਾ ਮੋਰਚੇ ਤੇ ਇੱਕ ਦਬਾਅ ਪਿਆ ਸੀਗਾ, ਮੋਰਚੇ ਦੇ ਉੱਪਰ ਡਿਮੋਰਲਾਈਜੇਸ਼ਨ ਆਈ ਸੀਗੀ ਕਿ ਸ਼ਾਇਦ ਸਾਥੋਂ ਕੀ ਹੋ ਗਿਆ ਤੇ ਸਾਨੂੰ ਲੋਕਾਂ ਦੇ ਕੁਝ ਲੱਗਦਾ ਸੀ ਵੀ ਸ਼ਾਇਦ ਉੱਥੋਂ ਗਿਣਤੀ ਘਟ ਰਹੀ ਹੈ ਜਾਂ ਵਾਪਸ ਮੁੜ ਰਹੇ ਨੇ। ਤੇ ਇਹ ਘਟਨਾਵਾਂ ਦੇ ਬਾਅਦ ਜਦੋਂ ਇਹ ਪੰਜਾਬ 'ਚ ਗੱਲ ਪਹੁੰਚੀ, ਯੂਪੀ 'ਚ ਗੱਲ ਪਹੁੰਚੀ ਔਰ ਜਦੋਂ ਟਕੈਤ ਦਾ ਜਿਹੜਾ ਹੰਝੂ ਉਹਨਾਂ ਨੇ ਲੋਕਾਂ ਨੇ ਵੇਖਿਆ ਡਿੱਗਦਾ, ਇਮੋਸ਼ਨਲ ਅਪੀਲ ਉਹਦੀ ਜਿਹੜੀ ਤੇ ਟਕੈਤ ਦਾ ਹੰਝੂ ਹੁਣ ਹਰੇਕ ਅੱਖ ਦਾ ਹੰਝੂ ਬਣ ਗਿਆ। ਟਕੈਤ ਦਾ ਹੰਝੂ ਇੱਕ ਸੈਲਾਬ ਬਣ ਗਿਆ ਗੰਦ ਨੂੰ ਧੋਣ ਵਾਸਤੇ। ਦਰਸ਼ਕੋ, ਕਿਸਾਨੀ ਸਟਰਗਲ ਅਸੀਂ ਗੱਲਬਾਤ ਕਰਾਂਗੇ। ਤੁਸੀਂ 2-3 ਦਿਨ ਤੋਂ ਸਾਰੀਆਂ ਇਨਸੀਡੈਂਟਸ ਜੋ ਦਿੱਲੀ ਤੋਂ ਹੋਈਆਂ ਉਹ ਦੇਖਦੇ ਰਹੇ ਹੈਗੇ ਆ, ਕਿਸ ਤਰ੍ਹਾਂ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨ ਹੋਈਆਂ ਉਹ ਵੀ ਤੁਹਾਨੂੰ ਪਤਾ ਹੈਗਾ। ਇਹਦਾ ਮੌਜੂਦਾ ਸਰੂਪ ਕੀ ਹੈਗਾ, ਕਿੰਨਾ ਕਿਹੋ ਅਗਾਂਹ ਇਹ ਅਗਲਾ ਸਟਰਗਲ ਚੱਲੇਗਾ, ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਆਨਲਾਈਨ ਖੰਨਾ ਤੋਂ ਜੁੜੇ ਨੇ ਤਰਸੇਮ ਬਾਈਆ ਜੀ, ਜੋ ਕਿ ਬਹੁਤ ਅੱਛੇ ਐਜੂਕੇਸ਼ਨਿਸਟ ਹੈਗੇ ਆ, AS ਕਾਲਜ ਖੰਨਾ ਤੋਂ ਪ੍ਰਿੰਸੀਪਲ ਰਿਟਾਇਰ ਹੋਏ ਹੈਗੇ ਆ। ਪੰਜਾਬ ਐਜੂਕੇਸ਼ਨਿਸਟ ਫੋਰਮ ਜੋ ਕਿ ਇੰਟੈਲੈਕਚੁਅਲ ਐਜੂਕੇਸ਼ਨਿਸਟ ਹੈਗੇ, ਉਹਨਾਂ ਦੇ ਪੰਜਾਬ ਦੇ ਚੇਅਰਮੈਨ ਵੀ ਹੈ। ਬਾਈਆ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਸ਼ੁਕਰੀਆ ਭਾਜੂ ਸਾਹਿਬ ਤੁਹਾਡਾ ਔਰ ਤੁਹਾਡੇ ਸਰੋਤਿਆਂ ਦਾ, ਦਰਸ਼ਕਾਂ ਦਾ। ਥੈਂਕ ਯੂ। ਇਹ ਜਿਹੜਾ ਕਿਸਾਨੀ ਸੰਘਰਸ਼ ਬਾਰੇ ਐਜ਼ ਔਨ ਟੂਡੇ ਕੀ ਕਹਿਣਾ ਚਾਹੁੰਦੇ ਹੈਗੇ, ਜਾਂ ਪਿਛਲੇ ਦਿਨਾਂ ਦੀਆਂ ਜੋ ਇਨਸੀਡੈਂਟਸ ਹੋਈਆਂ ਹੈਗੀਆਂ? ਭਾਰਤ ਸਾਹਿਬ, ਮੈਂ ਇੱਕ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਇੱਕ ਬੜੇ ਨਵੇਂ ਔਰ ਨਿਰਣਾਇਕ ਦੌਰ ਵਿੱਚ ਜਿਹੜਾ ਪਹੁੰਚ ਗਿਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਸਰਕਾਰ ਨਾਲ 11 ਗੇੜ ਦੀ ਗੱਲਬਾਤ ਹੋਈ, ਜਿਹਦੇ 'ਚ ਇੱਕ ਦੂਜੇ ਨੂੰ ਸਮਝਾਉਣ ਦੀ ਜਾਂ ਹੋਰ ਪ੍ਰਪੋਜ਼ਲਸ ਚੱਲਦੇ ਰਹੇ। ਪਰ 21 ਤਰੀਕ ਨੂੰ ਗੱਲ ਇੱਥੇ ਪਹੁੰਚ ਗਈ ਕਿ ਸਰਕਾਰ ਨੇ ਇਹ ਗੱਲ ਕਹਿਤਾ ਕਿ ਵੀ ਅਸੀਂ ਤਾਂ ਬਸ ਆਹੀ ਦੇ ਸਕਦੇ ਹਾਂ, ਜਾਂ ਇਹਨੂੰ ਮੰਨੋ ਜਾਂ ਜਾਓ, ਇਸ ਤੋਂ ਬਾਅਦ ਅਸੀਂ ਕੁਝ ਨਹੀਂ ਦੇ ਸਕਦੇ ਇਸ ਨੂੰ। ਔਰ ਜਿਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਗੱਲਬਾਤ 'ਚ ਇੱਕ ਅੜਿੱਕਾ ਪੈਦਾ ਹੋ ਗਿਆ। ਔਰ ਉਹਦੇ ਨਾਲ ਹੀ ਕਿਉਂਕਿ ਇਹ ਵੀ ਮੰਤਰੀ ਨੇ ਕਈ, ਤੋਮਰ ਸਾਹਿਬ ਨੇ, ਜਿਸ ਤਰ੍ਹਾਂ ਕਿਸਾਨੀ ਲੀਡਰਾਂ ਨੇ ਬਾਹਰ ਆ ਕੇ ਗੱਲ ਕੀਤੀ, ਕਿਉਂਕਿ ਉਹਨਾਂ ਨੇ 26 ਜਨਵਰੀ ਨੂੰ ਰਿਪਬਲਿਕ ਡੇ ਨੂੰ ਉਹਨਾਂ ਨੇ ਰੱਖਿਆ ਹੋਇਆ ਸੀ ਟਰੈਕਟਰਾਂ ਦੀ ਪਰੇਡ। ਔਰ ਉਹਨਾਂ ਨੇ ਕਿਹਾ ਵੀ ਠੀਕ ਹੈ, ਤੁਸੀਂ ਜਾਓ, ਤੁਸੀਂ ਆਪਣੀ ਤਿਆਰੀ ਕਰੋ ਤੇ ਸਰਕਾਰ ਆਪਣੀ ਤਿਆਰੀ ਕਰਾਂਗੇ। ਜਿਸ ਦਾ ਇੱਕ ਇਹਨੂੰ ਆਪਾਂ ਸਮਝ ਸਕਦੇ ਹਾਂ ਕਿ ਲਹਿਜ਼ਾ ਧਮਕੀ ਵਾਲਾ ਹੀ ਹੈ ਕਿ ਜਾਂ ਭਾਜੋ, ਜੋ ਕਰਨਾ ਤੁਸੀਂ ਕਰੋ। ਇਸ ਕਿਸਮ ਦਾ ਜਿਹੜਾ ਅੜਿੱਕਾ ਸੀ ਉਹ 21 ਨੂੰ ਪੈਦਾ ਹੋਇਆ ਤੇ 26 ਨੂੰ, ਜਿਸ ਕਰਕੇ ਕਿਸਾਨਾਂ ਨੇ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ 26 ਜਨਵਰੀ ਨੂੰ ਉਹਨਾਂ ਨੇ ਰਿਪਬਲਿਕ ਡੇ ਤੇ ਆਪਣਾ ਟਰੈਕਟਰ ਪਰੇਡ ਜਿਹੜੀ ਹੈ ਉਹ ਲਾਗੂ ਕੀਤੀ। ਤਾਂ ਇੱਕ ਤਾਂ ਇਹ ਸਾਡੇ ਧਿਆਨ 'ਚ ਚਾਹੀਦਾ ਹੈ ਕਿ ਜਿਹੜੀ 26 ਜਨਵਰੀ ਦੀ ਟਰੈਕਟਰ ਪਰੇਡ ਸੀ ਉਹ ਆਪਣੇ ਆਪ 'ਚ ਲਾਮਿਸਾਲ ਸੀ। ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਇਸ ਦੀ ਇਹ ਟਰੈਕਟਰ ਪਰੇਡ ਸੀਗੀ। ਔਰ ਇਹਦੇ 'ਚ ਲੱਖਾਂ ਟਰੈਕਟਰ ਗਏ ਔਰ ਉਸ ਤੋਂ ਕਈ ਲੱਖ ਯਾਨੀ ਜ਼ਿਆਦਾ ਜਿਹੜੇ ਸੀ ਉੱਥੇ ਬੱਚੇ, ਬਜ਼ੁਰਗ, ਔਰਤਾਂ ਗਏ। ਔਰ ਇਹ ਜਿਹੜੇ ਆਏ ਉੱਥੇ, ਇਹ ਇਕੱਲੇ ਪੰਜਾਬ ਤੋਂ ਹੀ ਨਹੀਂ, ਇਹ ਯੂਪੀ ਤੋਂ, ਹਰਿਆਣੇ ਤੋਂ, ਹੋਰ ਨੇੜੇ ਸਟੇਟ ਤੋਂ ਲੋਕਾਂ ਤੋਂ ਉੱਥੇ ਲੋਕ ਜਿਹੜੇ ਸੀ ਉਹ ਪਹੁੰਚੇ। ਬੜੀ ਅਫਸੋਸ ਦੀ ਗੱਲ ਇਹ ਹੈ ਕਿ ਜੋ ਉਸ ਟਰੈਕਟਰ ਪਰੇਡ ਦੇ ਉਹ 9 ਰੂਟਾਂ ਤੇ ਟਰੈਕਟਰ ਪਰੇਡ ਜਿਹੜੀ ਹੈ ਉਹ ਚੱਲੀ, ਜਿਹੜੀ ਕਿ ਪੁਲਿਸ ਨਾਲ ਤੈਅ ਕਰਕੇ ਰੂਟ ਹੋਏ ਸੀਗੇ। ਕਿਉਂਕਿ ਦਿੱਕਤ ਇਹ ਵੀ ਸੀ ਕਿ ਇਹਨੇ ਟਰੈਕਟਰ ਦਿੱਲੀ ਦੇ ਵਿੱਚ ਤਾਂ ਸਾਰੇ ਵੜ ਨਹੀਂ ਸਕਦੇ, ਕਿੱਥੋਂ ਦੀ ਇਹਨੂੰ ਡਾਇਵਰਜਨ ਦੇ ਕੇ ਕਿੱਥੋਂ ਦੀ ਉਹ ਜਾਣ। ਪਰ ਜਿਸ ਤਰ੍ਹਾਂ ਸਰਕਾਰ ਇੱਕ ਗੱਲ 'ਚ ਆਪਣੀ ਉਹ ਕੁਛ ਹੱਦ ਤੱਕ ਸਫਲ ਹੋਈ ਕਿ ਇਹਨਾਂ ਨੇ, ਜਦੋਂ ਆਪਾਂ ਵੀਡੀਓ ਵੇਖਦੇ ਹਾਂ ਕਿ ਬਹੁਤ ਖੂਬਸੂਰਤ ਜਿਹੜੇ ਸੀ ਟਰੈਕਟਰ ਪਰੇਡ ਕੁਛ ਰੂਟਾਂ ਤੇ ਹੋਈ,
ਲੋਕੀ ਜੀ। ਹੱਸਦੇ, ਗਾਉਂਦੇ, ਨੱਚਦੇ, ਦੇਸ਼ ਭਗਤੀ ਦੇ ਗੀਤ ਗਾਉਂਦੇ, ਲੋਕਾਂ ਦੇ ਜੀ। ਉੱਪਰ ਫੁੱਲ ਸੁੱਟਦੇ, ਫੁੱਲ ਲੈਂਦੇ, ਤਿਰੰਗੇ ਝੰਡੇ ਸਜਾਏ ਹੋਏ ਟਰੈਕਟਰ, ਔਰ ਵਿੱਚੇ ਜੀ। ਕੁਛ ਝਾਕੀਆਂ ਵੀ ਪੰਜਾਬੀ ਜੀਵਨ ਨਾਲ ਤੇ ਹੋਰ, ਔਰ ਬੜੇ ਇੱਕ ਜਿਸ ਤਰ੍ਹਾਂ ਇੱਕ ਲਾਈਨ 'ਚ ਇੱਕ ਪਾਸਿਓਂ ਰਸਤਾ ਛੱਡਦੇ ਹੋਏ, ਔਰ ਤਾਂ ਕਿ ਕਿਤੇ ਕੋਈ ਭੀੜ ਭੜੱਕਾ ਨਾ ਪਵੇ। ਇਸ ਜੀ, ਤਰ੍ਹਾਂ ਜੀ। ਦੀ ਜਿਹੜੀ ਪਰੇਡ ਸੀ, ਬਹੁਤੇ ਰੂਟਾਂ ਤੇ ਉਹ ਪਰੇਡ ਇਸ ਤਰ੍ਹਾਂ ਦੀ ਹੋਈ, ਪਰ ਬੜੀ ਹਾਂਜੀ। ਬਦਕਿਸਮਤੀ ਦੀ ਗੱਲ ਹੈ ਕਿ ਉਹ ਸਾਨੂੰ ਪੰਜਾਬੀਆਂ ਨੂੰ ਵੇਖਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਹਮ। ਉਸੇ ਵੇਲੇ ਇੱਕ ਮੰਦਭਾਗੀ ਘਟਨਾ ਵਾਪਰ ਗਈ, ਹਾਂਜੀ। ਜਿਹਦੇ ਨਾਲ ਸਾਰਾ ਧਿਆਨ ਜਿਹੜਾ ਮੀਡੀਆ ਦਾ ਵੀ ਤੇ ਹੋਰ ਲੋਕਾਂ ਦਾ ਉਧਰ ਚਲਿਆ ਗਿਆ। ਉਹ ਹਾਂਜੀ। ਧਿਆਨ ਸੀ ਇਹ ਕਿ ਉਹਦੇ ਚੋਂ 2 ਰੂਟਾਂ ਤੇ ਇੱਕ ਰੂਟ ਤੋਂ ਸਿੰਘੂ ਵਾਲੇ ਪਾਸਿਓਂ ਕੁਛ ਜਿਹੜੇ ਲੋਕ ਸੀਗੇ, ਔਰ ਉਹ ਅਨਆਥੋਰਾਈਜ਼ਡ ਰੂਟ ਜਿਹੜਾ ਸੀ ਲਾਲ ਕਿਲ੍ਹੇ ਨੂੰ ਜਾਂਦਾ, ਜਿਹੜਾ ਕਿ ਹਾਂਜੀ। ਆਥੋਰਾਈਜ਼ਡ ਰੂਟ ਨਹੀਂ ਸੀ, ਉਹਦੇ ਤੇ ਉਹ ਚਲੇ ਗਏ। ਔਰ ਹਾਂਜੀ। ਇਸ ਤਰ੍ਹਾਂ ਹੀ ਜਿਹੜਾ ਗਾਜ਼ੀਪੁਰ ਬਾਰਡਰ ਤੋਂ ਇੱਕ ਰੂਟ ਆ ਰਿਹਾ ਸੀ, ਹਾਂਜੀ। ਉਹ ਜਿੱਥੋਂ ਆਏ ਤਾਂ ਉਹ ਵੀ ਉਹਨਾਂ ਦੀ ਡਾਇਵਰਜਨ ਹੋ ਗਈ, ਜਿਹਦੇ ਕਈ ਕਾਰਨ ਹੋ ਸਕਦੇ ਆ, ਆਪਾਂ ਗੱਲ ਕਰਾਂਗੇ ਕਿ ਉਹ ਵੀ ਲਾਲ ਹਾਂਜੀ। ਕਿਲ੍ਹੇ ਵਾਲੇ ਪਾਸੇ ਮਤਲਬ ਪਹੁੰਚ ਗਏ। ਤਾਂ ਸਗੋਂ ਇੱਕ ਤਾਂ ਇਹ ਬੜੀ ਕੰਟਰੋਵਰਸੀ ਪੈਦਾ ਹੋਈ ਕਿ ਇਹ ਲਾਲ ਕਿਲ੍ਹੇ ਵਾਲੇ ਪਾਸੇ ਨੂੰ ਕਿਵੇਂ ਗਏ, ਕਿਉਂਕਿ ਰੂਟ ਪਾਸ ਨਹੀਂ ਸੀਗਾ। ਤਾਂ ਉਹਦੇ ਹੁਣ ਤੱਕ ਜਿਉਂ-ਜਿਉਂ ਸਥਿਤੀ ਕਲੀਅਰ ਹੋ ਰਹੀ ਹੈ ਕਿ ਇੱਕ ਤਾਂ ਉਹ ਲੋਕ ਸਿੰਧੂ ਬਾਰਡਰ ਵਾਲੇ ਪਾਸਿਓਂ ਤਾਂ ਉਹ ਲੋਕ ਲੈ ਕੇ ਗਏ, ਜਿਹੜੇ ਲੋਕਾਂ ਤੇ ਹੁਣ ਸ਼ਰੇਆਮ ਹੀ ਪਤਾ ਹੈ, ਮੈਂ ਉਹਨਾਂ ਦੇ ਨਾਂ ਲਿਆਵਾਂ ਜਾਂ ਨਾ ਲਵਾਂ ਕੋਈ ਲੋੜ ਨਹੀਂ ਰਹਿ ਜਾਂਦੀ, ਕਿ ਹਾਂਜੀ। ਜਿਹੜਾ ਸਾਰੇ। ਕਿਹਾ ਗਿਆ ਕਿ ਵੀ ਸਰਕਾਰ ਦੇ ਬੰਦੇ ਨੇ, ਇਹ ਸਰਕਾਰ ਦੇ ਏਜੰਟ ਨੇ, ਜਿਨ੍ਹਾਂ ਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਉਹ ਪ੍ਰਧਾਨ ਮੰਤਰੀ ਜੀ ਨਾਲ ਵੇਖੀਆਂ ਗਈਆਂ, ਹੋਮ ਮਿਨਿਸਟਰ ਨਾਲ ਫੋਟੋਆਂ ਵੇਖੀਆਂ ਗਈਆਂ, ਇੱਕ ਹਾਂਜੀ। MP ਜਿਹੜਾ ਸੀਗਾ ਪੰਜਾਬ ਤੋਂ ਜਿੱਤਿਆ ਹੋਇਆ ਗੁਰਦਾਸਪੁਰ ਤੋਂ, ਉਹਦੇ ਨਾਲ ਵੇਖੀਆਂ ਗਈਆਂ ਮੀਟਿੰਗਾਂ ਕਰਦਿਆਂ ਦੀਆਂ, ਤੇ ਇੱਕ ਜੀ, ਜੀ। ਪਾਸੇ ਉਹ ਰੂਟ ਲੀਡ ਕਰ ਰਿਹਾ ਸੀ। ਇਹਨਾਂ ਹਾਂਜੀ। ਲੋਕਾਂ ਨੇ 25 ਤਰੀਕ ਨੂੰ ਹੀ ਜਿਹੜੀ ਮੇਨ ਸਟੇਜ ਸੀ ਸਿੰਘੂ ਬਾਰਡਰ ਦੀ, ਉਸ ਤੇ ਕਬਜ਼ਾ ਕਰ ਲਿਆ ਸੀ ਰਾਤ ਨੂੰ, ਜਦੋਂ ਸ਼ਾਮ stage ਬੰਦ ਤੱਕ ਹੋਈ। 9 ਵਜੇ ਥੋੜਾ ਜਿਹਾ ਮੈਂ ਵੀ ਦੇਖਿਆ ਸੀ। ਹਾਂ, ਉਹ ਕਬਜ਼ਾ ਕਰ ਲਿਆ ਸੀ, ਮੈਂ ਉਹ ਵੀਡੀਓ ਵੇਖਿਆ ਗਾ। ਤੇ ਹਾਂਜੀ। ਉੱਥੇ ਉਹਨਾਂ ਨੇ ਇਹ ਕਹਿ ਕੇ ਕਿ ਨੌਜਵਾਨਾਂ ਦੀ ਇੱਛਾ ਇਹ ਹੈ ਕਿ ਵੀ ਅਸੀਂ ਜਿਹੜਾ ਰੂਟ ਪਾਸ ਹੋਇਆ ਉਹਦੇ ਤੇ ਨਹੀਂ ਜਾਣਾ, ਅਸੀਂ ਤਾਂ ਹੋਰ ਰੂਟ ਤੇ ਜਾਣਾ ਗਾ। ਤੇ ਉਹਨਾਂ ਨੇ ਉਹ ਸਵੇਰੇ ਕਿਹਾ, ਜੋ ਕਿ ਰੂਟ ਤਾਂ ਚੱਲਣਾ ਸੀ 11 ਵਜੇ 12 ਵਜੇ ਸ਼ੁਰੂ ਹੋਣੀ ਸੀ ਪਰੇਡ, ਤਾਂ 8 ਵਜੇ ਹੀ ਉਹ ਜਾ ਕੇ ਉਹ ਰੌਂਗ ਰੂਟ ਤੇ ਗਏ। ਉਹ ਵੀ ਮੈਂ ਸਾਰੇ ਵੀਡੀਓ ਵੇਖੇ ਕਿ ਉੱਥੇ ਪੁਲਿਸ ਨੇ ਉਹਨੂੰ ਬਹੁਤ ਵੱਡੇ ਪੱਧਰ ਤੇ ਰੋਕਿਆ ਨਹੀਂ ਹੈਗਾ, ਤੇ ਉਹ ਇੱਕ ਨਾਮ ਮਾਤਰ ਜੀ ਰੈਜ਼ਿਸਟੈਂਸ, ਜਿਵੇਂ ਕਹਿੰਦੇ ਆ ਇੱਕ ਜਿਹਨੂੰ ਆਪਾਂ ਨਾਟਕ ਜਿਹਾ ਕਹਿ ਦਿੰਦੇ ਆ, ਉਹ ਹੋਇਆ ਰੈਜ਼ਿਸਟੈਂਸ ਦਾ। ਉਸ ਰੂਟ ਤੋਂ ਤੁਰਦੇ ਤੁਰਦੇ ਉਹ ਤੇ ਕੁਛ ਹੀ ਦੇਰ 'ਚ ਉੱਥੋਂ ਕਿੰਨੇ ਹੀ ਕਿਲੋਮੀਟਰ ਸੀਗਾ ਉਹ ਆਪਣਾ ਲਾਲ ਕਿਲ੍ਹਾ, ਉਹ ਉੱਥੇ ਜਿਹੜੇ ਆ ਪਹੁੰਚ ਗਏ, ਕਿਉਂਕਿ ਰਸਤੇ 'ਚ ਉਹਨੂੰ ਰੋਕਿਆ ਨਹੀਂ ਗਿਆ, ਤੇ ਨਾ ਰਸਤੇ 'ਚ ਉੱਥੇ ਕੋਈ ਬੈਰੀਕੇਡ ਲੱਗੇ ਹੋਏ ਸੀ। ਤੇ 26 ਜਨਵਰੀ ਵਾਲੇ ਦਿਨ ਜਦੋਂ ਫੁੱਲ ਸਿਕਿਉਰਿਟੀ ਸੀ ਲਾਲ ਕਿਲ੍ਹੇ ਤੇ, ਉਸ ਦੇ ਬਾਵਜੂਦ ਕੁਛ ਲੋਕ ਜਿਹੜੇ ਆ ਉੱਥੇ ਉਹ ਪਹੁੰਚ ਗਏ। ਤੇ ਉਹ ਵੀ ਜਦੋਂ ਉਹ ਲਾਲ ਕਿਲ੍ਹੇ ਦੇ ਵਿੱਚ ਵੀ ਬੜੇ, ਜਿਹੜੇ ਵੀਡੀਓ ਹੁਣ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਉਹ ਪੁਲਿਸ ਨੇ ਆਪ ਲਾਲ ਕਿਲ੍ਹੇ ਦਾ ਗੇਟ ਖੋਲ੍ਹਿਆ, ਔਰ ਕਿਸੇ ਨੂੰ ਉੱਥੇ ਕੋਈ ਕਿਸੇ ਕਿਸਮ ਦਾ ਪੁਲਿਸ ਨੇ ਉਹਨੂੰ ਰਜਿਸਟ ਨਹੀਂ ਕੀਤਾ, ਕਿਸੇ ਕਿਸਮ ਦਾ ਉੱਥੇ ਪੁਲਿਸ ਨੇ ਅਥਰੂ ਗੈਸ ਨਹੀਂ ਕੀਤੀ, ਕਿਸੇ ਕਿਸਮ ਦੀ ਪੁਲਿਸ ਨੇ ਲਾਠੀ ਚਾਰਜ ਨਹੀਂ ਕੀਤਾ, ਔਰ ਸਗੋਂ ਪੁਲਿਸ ਵਾਲੇ ਵੇਖੇ ਗਏ ਕਿ ਲਾਲ ਕਿਲ੍ਹੇ ਦੇ ਸਾਹਮਣੇ ਜਿਹੜਾ ਮੈਦਾਨ ਹੈ ਉਹਦੇ 'ਚ ਬੈਠੇ ਉਹ ਚਾਹ ਪਾਣੀ ਜਿਹੜੇ ਸੀ ਬੜੀ ਦੇਰ ਉਹ ਜਿਹੜੇ ਪੁਲਿਸ ਵਾਲੇ ਪੀਂਦੇ ਰਹੇ। ਤਾਂ ਇਸ ਦੇ 'ਚ ਕੁਛ ਲੋਕ ਉੱਧਰੋਂ ਵੀ ਪਹੁੰਚ ਗਏ ਉੱਥੇ, ਜਿਹੜੇ ਗਾਜ਼ੀਪੁਰ ਬਾਰਡਰ ਵਾਲੇ ਸੀ। ਤਾਂ ਇਹਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ, ਜਿਵੇਂ ਇੱਕ ਘਟਨਾ ਬਹੁਤ ਮੰਦਭਾਗੀ ਵਰਤੀ, ਉਹ ਇਹ ਸੀ ਕਿ ਕੁਛ ਜਿਹੜੇ ਉਹਨਾਂ 'ਚ ਨੌਜਵਾਨ ਸੀ, ਇਹਨਾਂ ਦੀ ਅਗਵਾਈ ਉਹ ਕਰ ਰਿਹਾ ਦੀਪ ਸਿੱਧੂ, ਆਪਾਂ ਗੱਲ ਕਰਦੇ ਹਾਂ, ਉਹ ਇਕੱਲਾ ਹੀ ਖੜਾ ਗਾ ਉਸ ਵੇਲੇ, ਤੇ ਕੁਛ ਲੋਕਾਂ ਨੇ ਉਹ ਝੰਡਾ ਜਿਹੜਾ ਕਿ ਇੱਕ ਖਾਲੀ ਪੋਲ ਹੈ, ਇੱਕ 2 ਥਾਂ ਹੈ, ਇੱਕ ਝੰਡਾ ਹੈ ਜਿਹੜਾ ਗੇਟ ਹੈ ਲਾਲ ਕਿਲ੍ਹੇ ਦਾ ਸੈਂਟਰਲ ਪਲੇਸ ਤੇ ਉਹ ਲੱਗਿਆ ਹੁੰਦਾ ਤਿਰੰਗਾ, ਇੱਕ ਉਹ ਹੈਗਾ ਜਿੱਥੇ ਝੰਡਾ ਉਸ ਵੇਲੇ 15 ਅਗਸਤ ਵਗੈਰਾ ਨੂੰ ਝੁਲਦਾ ਪਾਸੇ ਤੇ ਸਾਈਡ ਤੇ ਹੈ, ਤੇ ਉਹ ਖਾਲੀ ਪੋਲ। ਤੇ ਕੁਛ ਉੱਥੇ ਨੌਜਵਾਨ ਗਏ ਤੇ ਉਹਨਾਂ ਨੇ ਉਹ ਪੋਲ ਤੇ ਚੜ੍ਹ ਕੇ ਉੱਥੇ ਜਿਹੜਾ ਸੀਗਾ ਤਿਰੰਗਾ ਜਿਹੜਾ ਸੀ ਝੰਡਾ ਸੀ ਉਹ ਚੜਾਤਾ, ਜਿਹੜਾ ਝੰਡੇ ਨੂੰ ਉਹ ਇੱਕ ਝੰਡਾ ਜਿਹਨੂੰ ਕਹਿੰਦੇ ਆ ਆਪਾਂ ਕਿਸਾਨੀ ਦਾ ਝੰਡਾ ਸੀ, ਤੇ ਇੱਕ ਝੰਡਾ ਉਹ ਸੀ ਜਿਹਨੂੰ ਆਪਾਂ ਖਾਲਸੇ ਦਾ ਨਿਸ਼ਾਨ ਸਾਹਿਬ ਵਾਲਾ ਝੰਡਾ ਹੈਗਾ, ਜਿਹਨੂੰ ਪੰਥਕ ਝੰਡਾ ਕਹਿੰਦੇ ਆ, ਧਾਰਮਿਕ ਝੰਡਾ ਕਹਿੰਦੇ ਆ, ਉਹ ਸੀਗਾ। ਉਹਦੇ ਬਾਅਦ ਜਿਹੜੇ ਉੱਥੇ ਹਾਲਾਤ ਵਾਪਰੇ, ਜਾਂ ਜਿਸ ਤਰ੍ਹਾਂ ਉਹਨੇ ਮੀਡੀਆ ਨੂੰ ਲਿਆ, ਉਹ ਉਹਨਾਂ ਨੇ ਬਹੁਤ ਵੱਡਾ ਲਾਹਾ ਲੈਣ ਦੀ ਇਹ ਕੋਸ਼ਿਸ਼ ਕੀਤੀ, ਕਿਉਂਕਿ ਪਹਿਲਾਂ ਹੀ ਸਰਕਾਰ ਕਹਿ ਰਹੀ ਸੀ ਕਿ ਮਾਰਚ ਤਾਂ ਇਹਦਾ ਖਾਲਿਸਤਾਨੀ ਨੇ, ਤਾਂ ਲਾਲ ਕਿਲ੍ਹੇ ਤੇ ਝੰਡਾ ਚਲਾਉਣਗੇ, ਤਾਂ ਕਬਜ਼ਾ ਕਰਨਗੇ ਲਾਲ ਕਿਲ੍ਹੇ ਤੇ। ਤਾਂ ਉਹਨਾਂ ਦੀ ਇਸ ਗੱਲ ਬਲ ਮਿਲਿਆ, ਤੇ ਉਹਨੇ ਲੋਕਾਂ ਨੂੰ ਇਸ ਵੱਡੇ ਪੱਧਰ ਤੇ ਜੇ ਉਹਦੇ ਸੈਂਟੀਮੈਂਟ ਵੀ ਜਿਹੜੇ ਹੁੰਦੇ ਆ, ਆਪਣੇ ਨੈਸ਼ਨਲ ਸੈਂਟੀਮੈਂਟ ਵੀ ਜੁੜੇ ਹੁੰਦੇ ਆ ਆਪਣੀਆਂ ਇਹੋ ਜਿਹੀਆਂ ਥਾਵਾਂ ਦੇ ਨਾਲ,
ਉਹਨੂੰ ਭੜਕਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਮਤਲਬ ਹੋਈ। ਇਹ ਵੀ ਕਿਹਾ ਗਿਆ ਪੁਆਇੰਟ ਬਾਈ ਸਾਹਿਬ, ਮੈਂ ਇਹਦੇ ਨਾਲ ਸਵਾਲ ਖਾਸ ਤੌਰ ਤੇ ਪੁੱਛਣਾ ਚਾਹੁੰਦਾ ਹੈਗਾ, ਜਿਵੇਂ ਉਹ 9:30 ਵਜੇ ਦੀ ਵੀਡੀਓ ਹੈਗੀ ਆ ਜਿਹੜੀ ਸਟੇਜ ਜਿਹਦੇ ਵਿੱਚ ਜਿਹੜੇ ਯੰਗ ਲੋਕ ਦੀਪ ਸਿੱਧੂ ਐਂਡ ਪਾਰਟੀ ਇਹ ਕਹਿੰਦੇ ਹੈਗੇ ਅਸੀਂ ਤਾਂ ਉੱਥੇ ਜਾਣਾ ਹੈਗਾ। ਦੇਖੋ ਇਹ ਦਿੱਲੀ ਸਾਡੀ ਕੈਪੀਟਲ ਆ, ਇਹੋ ਉਸ ਵੇਲੇ ਇੰਟੈਲੀਜੈਂਸ ਵਿੰਗ ਹੁੰਦਾ ਹੈਗਾ ਸਰਕਾਰ ਦਾ। ਜੇ ਸਰਕਾਰ ਸੱਚਮੁੱਚ ਚਾਹੁੰਦੀ ਇਸ ਤਰ੍ਹਾਂ ਦਾ ਇੰਸੀਡੈਂਸ ਨਾ ਹੋਵੇ, ਨੌਜਵਾਨ ਕਹਿੰਦੇ, ਤਾਂ ਉਹ ਇੱਥੋਂ ਡਿਵਰਸ਼ਨ ਕਿਵੇਂ ਲੈ ਸਕਦੇ ਸੀ? ਉਹ ਪਹਿਲਾਂ ਹੀ ਉਸ ਹਿਸਾਬ ਨਾਲ ਪ੍ਰੀਕਾਸ਼ਨ ਲੈ ਸਕਦੇ ਸੀ। ਦੂਸਰਾ ਉਹ ਜਿਹੜਾ ਰੂਟ ਹੈਗਾ ਇੱਧਰੋਂ ਸਿੰਘੂ ਬਾਰਡਰ ਤੋਂ, ਉਹ ਤਾਂ 7 ਵਜੇ ਸ਼ੁਰੂ ਕਰ ਦਿੱਤਾ ਜਿਹੜਾ ਉਸ ਗਰੁੱਪ ਨੇ। ਫਿਰ ਤੀਸਰਾ ਕੀ ਆ, 20-25 ਕਿਲੋਮੀਟਰ ਦਾ ਰਸਤਾ ਹੈਗਾ, ਜੇ ਰਸਤੇ ਵਿੱਚ ਰੁਕਾਵਟਾਂ ਕਰਨੀਆਂ ਹੁੰਦੀਆਂ ਉੱਥੇ ਤਾਂ ਜਿੰਨੀ ਮਰਜ਼ੀ ਬੈਰੀਕੇਡਿੰਗ ਕਰ ਲਈ, ਇੱਦਾਂ ਦੀ ਕਿਤੇ ਤੁਹਾਨੂੰ ਨਜ਼ਰ ਨਹੀਂ ਆਈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਤੋਂ ਸਪਸ਼ਟ ਹੈ ਔਰ ਇਹ ਲੋਕਾਂ 'ਚ ਇਸ ਗੱਲ ਦੇ ਸੱਚੇ ਸ਼ੰਕੇ ਨੇ। ਮੈਂ ਸਗੋਂ ਇਸ ਗੱਲ ਤੇ ਜੇ ਆਪਾਂ ਸ਼ਬਦ ਵਰਤਨੇ ਹੋਣ, ਇਸ ਗੱਲ ਤੇ ਇਹ ਸਹੀ ਗੱਲ ਹੈ ਬਿਲਕੁਲ ਕਿ ਸਰਕਾਰ ਨੇ ਆਪ ਇਹ ਸਾਜ਼ਿਸ਼ ਕੀਤੀ, ਕਿਉਂਕਿ ਰਾਤ ਨੂੰ 25 ਨੂੰ ਜਦੋਂ ਇਹ ਗੱਲ ਪਤਾ ਲੱਗ ਗਿਆ ਸੀ ਇੰਟੈਲੀਜੈਂਸ ਏਜੰਸੀਜ਼ ਨੂੰ, ਔਰ ਜਿਹੜੀ ਮੋਰਚੇ ਦੀ ਲੀਡਰਸ਼ਿਪ ਹੈ ਉਹਨਾਂ ਨੇ ਇਤਲਾਹ ਵੀ ਦਿੱਤੀ ਉਹਨਾਂ ਦੇ ਕਹਿਣ ਮੁਤਾਬਕ ਕਿ ਸਾਡੀ ਸਟੇਜ ਤੇ ਇਸ ਤਰ੍ਹਾਂ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੈ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਬਣ ਰਿਹਾ। ਉਹਨਾਂ ਨੇ ਇਤਲਾਹਾਂ ਵੀ ਦਿੱਤੀਆਂ ਔਰ ਪੁਲਿਸ ਨੂੰ ਸਿੱਧੀ ਇਤਲਾਹ ਵੀ ਸੀ। ਉਸ ਦੇ ਬਾਵਜੂਦ ਉਹਨਾਂ ਨੂੰ ਨਾ ਰਾਤ ਨੂੰ ਉੱਥੋਂ ਉਹਨਾਂ ਨੇ ਐਪਰੀਹੈਂਡ ਕੀਤਾ, ਚੁੱਕਣ ਦੀ ਕੋਸ਼ਿਸ਼ ਕੀਤੀ, ਤੇ ਨਾ ਹੀ ਸਵੇਰੇ ਉਹਨਾਂ ਨੂੰ ਸਗੋਂ ਉਹਨਾਂ ਲਈ ਰਸਤੇ ਖੋਲ੍ਹੇ ਗਏ ਔਰ ਕੁਝ ਲੋਕ ਉਹਨਾਂ ਦੇ ਮਗਰ ਲੱਗ ਗਏ, ਕਿਉਂਕਿ ਤੁਰ ਗਏ ਪਿੱਛੇ ਨੂੰ। ਕਿਉਂਕਿ ਆਪਾਂ ਜਾਣਦੇ ਹਾਂ, ਜੇ ਤੁਸੀਂ ਮੈਨੂੰ ਵੀ ਕਹੋ ਨਾ ਵੀ ਸਿੰਘੂ ਬਾਰਡਰ ਤੋਂ ਲਾਲ ਕਿਲੇ ਪਹੁੰਚ ਜਾ, ਮੈਨੂੰ ਰਸਤਾ ਨਹੀਂ ਹੈਗਾ ਪਤਾ, ਤੇ ਸ਼ਾਇਦ ਉਹਨਾਂ ਨੇ ਨਵੇਂ ਬੰਦੇ ਨੂੰ ਪਤਾ ਕੁਝ ਨਹੀਂ ਹੁੰਦਾ ਹੈਗਾ, ਉਹ ਤਾਂ ਪਹਿਲਾਂ ਹੀ ਉਹਨੂੰ ਪਤਾ ਹੋਏਗਾ, ਜਾਂ ਜਿਹੜਾ ਹੈਗਾ ਨਵਾਂ ਬੰਦੇ ਨੂੰ ਕੀ ਪਤਾ ਕਿੱਧਰ ਦੀ ਜਾਣਾ ਹੈਗਾ। ਤੇ ਭੀੜ ਦੇ ਮਗਰ ਭੀੜ ਤੁਰੀ ਗਈ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਕੀ ਕਰ ਰਹੇ ਨੇ, ਕਿੱਧਰ ਜਾ ਰਹੇ ਨੇ। ਪਰ ਜਿਹੜੇ ਉਹਨਾਂ ਦੇ ਮਾਸਟਰ ਮਾਈਂਡ ਸੀ ਉਹ ਉੱਥੋਂ ਜਿਹੜੇ ਉੱਥੋਂ ਲੈ ਕੇ ਗਏ। ਔਰ ਇਹ ਵੀ ਦਰੁਸਤ ਆ ਤੁਹਾਡੀ ਗੱਲ ਕਿ ਜਿੰਨੇ ਕਿਲੋਮੀਟਰ ਹੈਗਾ ਉੱਥੋਂ ਲੈ ਕੇ ਬਿਲਕੁਲ ਲਾਲ ਕਿਲੇ ਤੱਕ, ਔਰ ਲਾਲ ਕਿਲੇ ਦੇ ਗੇਟ ਤੱਕ ਨਾ ਕੋਈ ਬੈਰੀਕੇਡ ਹੈ। ਹਾਲਾਂਕਿ ਉਸ ਦਿਨ 26 ਜਨਵਰੀ ਹੈ, ਸਿਕਿਉਰਿਟੀ ਬੜੀ ਟਾਈਟ ਹੁੰਦੀ ਹੈ ਤੇ ਉੱਥੇ ਕੋਈ ਜਾ ਨਹੀਂ ਸਕਦਾ ਏਦਾਂ, ਜੋ ਲੈ ਕੇ ਗਏ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜਿਹਦੀ ਬੜੀ ਹਿਊ ਕਰਾਈ ਹੋਈ, ਹਾਂਜੀ, ਕਿ ਜੀ ਉੱਥੇ ਤਾਂ ਖਾਲਿਸਤਾਨ ਦਾ ਝੰਡਾ ਲਾਤਾ, ਇਹ ਤਾਂ ਦੇਸ਼ ਦਾ ਅਪਮਾਨ ਹੋ ਗਿਆ, ਤਾਂ ਕਿਲੇ ਦਾ ਅਪਮਾਨ ਹੋ ਗਿਆ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਭਰਾਓ, ਇਹ ਸਾਨੂੰ ਇਸ ਕਿਸਮ ਦੇ ਬਹਿਕਾਵੇ 'ਚ ਉਹਨਾਂ ਨੇ ਸਰਕਾਰ ਨੇ ਲਿਆਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਹੜਾ ਨਿਸ਼ਾਨ ਵਾਲਾ ਝੰਡਾ ਹੈ ਉਹ ਖਾਲਿਸਤਾਨ ਦਾ ਝੰਡਾ ਨਹੀਂ ਹੈਗਾ, ਉਹ ਤਾਂ ਇੱਕ ਧਾਰਮਿਕ ਝੰਡਾ ਜਿਹੜਾ ਹਰੇਕ ਗੁਰਦੁਆਰੇ 'ਚ ਚੜਿਆ ਹੋਇਆ ਹੈਗਾ। ਉਹ ਤਾਂ ਇੱਕ ਧਾਰਮਿਕ ਝੰਡਾ ਹੈਗਾ। ਜਿਹੜੀ ਉਹਦੇ ਪ੍ਰਧਾਨ ਮੰਤਰੀ ਦੇ ਮੂਹਰੋਂ ਪੰਜਾਬ ਦੀ ਝਾਕੀ ਨਿਕਲੀ ਸ੍ਰੀ ਗੁਰੂ ਉਹਦੇ ਤੇ ਵੀ ਉਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ। ਜਿੱਥੇ ਆਪਣੀਆਂ ਫੌਜੀ ਛਾਉਣੀਆਂ ਨੇ ਬਾਰਡਰਾਂ ਤੇ, ਉੱਥੇ ਵੀ ਨਿਸ਼ਾਨ ਸਾਹਿਬ, ਕਿਉਂਕਿ ਆਪਣੇ ਫੌਜ ਵਿੱਚ ਅਲਾਊਡ ਹੈ ਕਿ ਜਿੱਥੇ ਕੋਈ ਧਰਮ ਦੀ ਫੌਜ ਬਹਿੰਦੀ ਹੈ ਉਹ ਆਪਣਾ ਉਹ ਜਿਹੜਾ ਧਾਰਮਿਕ ਝੰਡਾ ਉੱਥੇ ਉਹ ਲਾ ਸਕਦੇ ਆ। ਸੋ ਇੱਕ ਤਾਂ ਉਹ ਝੰਡਾ ਖਾਲਿਸਤਾਨ ਦਾ ਨਹੀਂ ਸੀ, ਇੱਕ ਉਹ ਧਾਰਮਿਕ ਝੰਡਾ ਸੀ ਜਿਸ ਨੂੰ ਇਹਨਾਂ ਨੇ ਖਾਲਿਸਤਾਨ ਦਾ ਝੰਡਾ ਕਹਿ ਕੇ ਪ੍ਰਚਾਰਿਆ ਸਰਕਾਰ ਨੇ, ਔਰ ਜਿਹਨੂੰ ਮੀਡੀਆ ਕਹਿੰਦੇ ਆਪਾਂ। ਔਰ ਇੱਕ ਗੱਲ ਮੈਨੂੰ ਹੋਰ ਨਹੀਂ ਭਾਰਤ ਸਾਹਿਬ ਸਮਝ ਪਈ ਕਿ ਇਹ ਇਸ ਦੀ ਅਪਮਾਨ ਦੀ ਗੱਲ, ਲਾਲ ਕਿਲੇ ਦੀ ਇਹਦੇ ਨਾਲ ਅਪਮਾਨ ਕਿੱਦਾਂ ਹੋ ਗਿਆ ਇਸ ਗੱਲ ਨੂੰ। ਤੇ ਮੈਂ ਸਮਝਦਾ ਕਿ ਲਾਲ ਕਿਲੇ ਦਾ ਅਪਮਾਨ ਤਾਂ ਉਦਾਂ ਹੀ ਹੋ ਗਿਆ ਸੀ ਜਿੱਦੇ ਇਹਨਾਂ ਨੇ 2018 ਨੂੰ ਲਾਲ ਕਿਲਾ ਤਾਂ ਵੇਚਤਾ ਸੀ ਇਹਨਾਂ ਨੇ, ਉਹਦੀ ਸਾਂਭ ਸੰਭਾਲ ਲਈ ਇਹਨਾਂ ਨੇ ਡਾਲਮੀਆਂ ਨੂੰ ਵੇਚਤਾ ਸੀਗਾ, ਔਰ ਉਹ ਡਾਲਮੀਆਂ ਦੀ ਦੇਖ ਰੇਖ 'ਚ ਸੀਗਾ ਉਹ ਲਾਲ ਕਿਲਾ। ਤਾਂ ਉਹ ਤਾਂ ਆਪਣਾ ਦੇਸ਼ ਦਾ ਤਾਂ ਵੈਸੇ ਹੀ ਨਹੀਂ ਛੱਡਿਆ ਇਹਨਾਂ ਨੇ ਕਿ ਇਹ ਦੇਸ਼ ਦਾ ਹੈ, ਕਿਉਂਕਿ ਉਹ ਆਲਰੇਡੀ ਵੇਚ ਚੁੱਕੇ ਨੇ, ਤੇ ਉਹਦਾ ਨਾਂ ਤਾਂ ਇਹਨਾਂ ਦਾ ਅਪਮਾਨ ਨਹੀਂ ਹੁੰਦਾ। ਪਰ ਉੱਥੇ ਜੇ ਕੋਈ ਭੜਕੇ ਹੋਏ ਨੌਜਵਾਨ ਜਿਨ੍ਹਾਂ ਨੂੰ ਇਹ ਜਿਹਾ ਕੰਮ ਨਹੀਂ ਕਰਨਾ ਚਾਹੀਦਾ, ਕਿ ਜਿਨ੍ਹਾਂ ਦੇ ਪਿੱਛੇ ਇੱਕ ਏਜੰਸੀਆਂ ਦੀ ਆਪਣੀ ਇੱਕ ਸ਼ਰਾਰਤ ਹੈ, ਜੇ ਉਹ ਉੱਥੇ ਧਾਰਮਿਕ ਝੰਡਾ ਚੜਾਉਂਦੇ ਨੇ ਜਿਹੜਾ ਕਿ ਹਰ ਥਾਂ ਹੀ ਚੜਿਆ ਹੋਇਆ ਹੈਗਾ, ਉਸ ਦੇ ਨਾਲ ਦੇਸ਼ ਦਾ ਅਪਮਾਨ ਹੁੰਦਾ ਗਾ। ਤੇ ਇਹਦੇ ਵੱਢ ਕੇ ਪ੍ਰਚਾਰ ਕੀਤਾ ਗਿਆ ਮੀਡੀਆ ਵੱਲੋਂ, ਔਰ ਇਸ ਤਰ੍ਹਾਂ ਕੀਤਾ ਗਿਆ ਵੀ ਜਿਵੇਂ ਮੁਲਕ 'ਚ ਕੋਈ ਨਾ ਕੋਈ ਬਗਾਵਤ ਹੋ ਗਈ ਹੈ, ਜਾਂ ਮੁਲਕ ਦੇ ਵਿੱਚ ਕੋਈ ਨਾ ਕੋਈ ਸਰਕਾਰ ਪਲਟਾ ਹੋਣ ਚੱਲਿਆਗਾ, ਤਾਂ ਕਿ ਉਹਨਾਂ ਦੇ ਖਿਲਾਫ ਨਫ਼ਰਤ ਪੈਦਾ ਕੀਤਾ ਜਾ ਸਕੇ ਔਰ ਉਹਨਾਂ ਤੇ ਹਮਲੇ ਕਰਾਏ ਜਾ ਸਕਣ, ਔਰ ਲੋਕਾਂ ਨੂੰ ਉਹਨਾਂ ਦੇ ਖਿਲਾਫ ਭੜਕਾਇਆ ਜਾ ਸਕੇ। ਇੱਕ ਕਿਸਮ ਦਾ ਸੀਨ 26 ਜਨਵਰੀ ਨੂੰ ਆਪਣੇ ਸਾਹਮਣੇ ਜਿਹੜਾ ਸੀਗਾ ਉਹ ਦੇਖਣ ਨੂੰ ਆਇਆ। ਉਹਦੇ ਤੋਂ ਬਾਅਦ ਚਲੋ ਇਹ ਤਾਂ ਹੁਣ ਇਹਨਾਂ ਨੇ ਕੇਸਿਸ ਵਗੈਰਾ ਵੀ ਆਪਣੇ ਦਿੱਲੀ ਪੁਲਿਸ ਨੇ ਰਜਿਸਟਰ ਕੀਤੇ ਹੈਗੇ ਆ। ਦੀਪ ਸਿੱਧੂ ਤੇ ਲੱਖਾ ਸਰਾਣਾ ਦੇ ਤਾਂ ਬਹੁਤ ਬਾਅਦ ਵਿੱਚ ਕੀਤੇ ਹੈਗੇ, ਤਾਂ ਹੁਣ ਬਾਕੀ ਇਨਵੈਸਟੀਗੇਸ਼ਨ ਦਾ ਮਾਮਲਾ ਹੈਗਾ। ਹੁਣ ਅਸੀਂ ਅਗਲਾ ਆਈਏ ਹੈਗੇ, ਮੰਨ ਲਓ ਇਹ 90-95% ਪਰੇਡ ਬਹੁਤ ਪੀਸਫੁਲੀ ਹੋਈ, ਮੰਨ ਲਓ ਇਹੋ ਜਿਹੜਾ ਇੱਕ ਪਾਸੇ ਇਹਨੂੰ
ਰੱਖ ਕੇ ਸਿਰਫ 5-10% ਨੂੰ ਐਕਸਕਿਊਜ਼ ਬਣਾ ਕੇ ਫਿਰ ਫੋਰਸ ਯੂਜ਼ ਕਰਨਾ ਆਪਣੇ ਸ਼ਾਮ ਨੂੰ ਜਾਂ ਇਮੀਡੀਏਟਲੀ ਸਵੇਰੇ ਸਵੇਰੇ ਗਾਜ਼ੀਪੁਰ ਬਾਰਡਰ ਤੇ ਤਾਂ ਇੱਧਰ ਜਿਹੜਾ ਸਿੰਘੂ ਬਾਰਡਰ ਤੇ ਇਹ ਹਿਊਮਨ ਰਾਈਟਸ ਦੀ ਕੰਪਲੀਟ ਵਾਇਲੇਸ਼ਨ ਨਹੀਂ ਹੈਗੀ। ਇਹ ਤਾਂ ਮਤਲਬ ਵਾਕਿਆ ਬੜਾ ਜਿਹੜੇ ਪੀਸਫੁਲ ਡੈਮੋਨਸਟ੍ਰੇਟਰਸ ਹੈਗੇ ਆ ਅੰਦੋਲਨ ਕਰ ਰਹੇ ਆ ਉਹਨਾਂ ਨੂੰ ਜ਼ਬਰਦਸਤੀ ਉਹ ਜਿਹੜਾ ਧੱਕੇ ਨਾਲ ਉੱਥੋਂ ਉਠਾਉਣਾ ਉਹ ਇਹ ਕਿੰਨਾ ਕੁ ਜਸਟੀਫਾਈਡ ਲੱਗਦਾ ਤੁਹਾਨੂੰ? ਭਾਰਤ ਸਾਹਿਬ ਇਹਦੇ 'ਚ ਦੋ ਗੱਲਾਂ ਮੈਂ ਤੁਹਾਨੂੰ ਸਾਂਝੀਆਂ ਕਰਨਾ ਚਾਹੁੰਦਾ। ਇੱਕ ਤਾਂ ਇਹ ਕਿ ਜਿਹੜੀ ਇਹ ਵਾਇਲੈਂਸ ਹੈ ਨਾ ਇਹ ਨਹੀਂ ਕਿ ਸਟੇਟ ਵਾਇਲੈਂਸ ਕਰ ਰਹੀ ਹੈ। ਸਟੇਟ ਨੇ ਜਿਹੜੀ ਪੋਲੀਟੀਕਲ ਪਾਰਟੀ ਹੈ ਰਾਜ ਕਰਦੀ ਉਹਦੇ ਮੌਬਸ ਨੂੰ ਮੋਬਿਲਾਈਜ਼ ਕੀਤਾ ਗਿਆ, ਥੋੜੇ ਬਹੁਤੇ ਬੰਦਿਆਂ ਨੂੰ। ਜਿਹੜੇ ਗਾਜ਼ੀਪੁਰ ਤੇ ਬੰਦੇ ਗਏ ਨੇ ਰਾਤ ਨੂੰ, ਉਹ ਉੱਥੋਂ ਦਾ ਜਿਹੜਾ MLA ਹੈ ਉਸ ਇਲਾਕੇ ਦਾ MLA ਨੇ ਆਪਣੇ ਬੰਦੇ ਭੇਜੇ ਹੈ ਕਿ ਉਸ MLA ਨੇ ਅਮਿਤ ਸ਼ਾਹ ਜੀ ਨੂੰ ਔਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਇਹਨਾਂ ਅੱਤਵਾਦੀਆਂ ਨੂੰ ਵੱਖਵਾਦੀਆਂ ਨੂੰ ਇੱਥੋਂ ਭਜਾ ਦਿਓ, ਨਹੀਂ ਤਾਂ 24 ਘੰਟਿਆਂ 'ਚ ਅਸੀਂ ਆਪੇ ਆਪ ਹੀ ਭਜਾ ਦਿਆਂਗੇ, ਨਹੀਂ ਤਾਂ ਫਿਰ ਇਹਨਾਂ ਨੂੰ। ਇਹੀ ਕੇਸ ਰਜਿਸਟਰ ਹੋਣਾ ਚਾਹੀਦਾ ਹੈਗਾ ਨਾ। ਹਾਂ, ਇਹ ਉਹੀ ਪੈਟਰਨ ਹੈ ਜਿਹੜਾ ਤੁਹਾਨੂੰ ਯਾਦ ਹੋਏਗਾ ਜਿਹੜਾ ਕਪਿਲ ਮਿਸ਼ਰੇ ਨੇ ਦਿੱਲੀ 'ਚ ਕਿਹਾ ਸੀ ਉਸ ਵੇਲੇ ਜਦੋਂ ਉੱਥੇ CA ਦੇ ਖਿਲਾਫ ਅੰਦੋਲਨ ਚੱਲਦਾ ਸੀ ਕਿ ਤੁਸੀਂ ਉੱਠਦੇ ਹੋ ਕਿ ਅਸੀਂ ਉਠਾਈਏ ਪੁਲਿਸ ਦੀ ਹਾਜ਼ਰੀ 'ਚ। ਇਹ ਉਹੀ ਪੈਟਰਨ ਹੈ ਕਿ ਬੰਦਾ ਜਾ ਕੇ ਸ਼ਹੀਨ ਬਾਗ ਦੇ ਕੋਲੇ ਪਹੁੰਚ ਕੇ ਗੋਲੀ ਚਲਾਉਂਦਾ ਗਾ ਤੇ ਉਹ ਬੰਦਾ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ। ਸੋ ਇਹ ਜਿਹੜੀ ਆਊਟ ਆਫ ਸਟੇਟ ਹੈ, ਇਹ ਹੈ ਦੇਸ਼ ਧਰੋਹ। ਇਹ ਹੈ ਦੇਸ਼ ਧਰੋਹ ਕਿ ਸਟੇਟ ਨੂੰ ਜੇ ਲੱਗਦਾ ਕਿ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਲੋੜ ਹੈ, ਸਟੇਟ ਨੂੰ ਕਾਇਦੇ ਮੁਤਾਬਕ ਕਾਨੂੰਨ ਮੁਤਾਬਕ ਪਰਚੇ ਕੱਟਣ ਦੀ ਜਾਂ ਬੰਦੇ ਫੜਨ ਦੀ ਸਟੇਟ ਕੋਲੇ ਦਾ ਅਧਿਕਾਰ ਹੁੰਦਾ। ਤੇ ਇਸ ਤਰ੍ਹਾਂ ਜਿਹੜਾ ਸਿੰਘੂ ਬਾਰਡਰ ਤੇ ਵੀ ਦੂਜੇ ਦਿਨ ਹਮਲਾ ਹੋਇਆਗਾ, ਉਹ ਉੱਥੇ ਉਹ ਕੋਈ ਇਸ ਕਿਸਮ ਦੇ ਨਹੀਂ ਸੀ ਕਿ ਪੁਲਿਸ ਤਾਂ ਉੱਥੇ ਮੂਕ ਬਣੀ ਖੜੀ ਹੈ ਤੇ ਆਸੇ ਪਾਸੇ ਤੋਂ ਲੋਕ ਗਏ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਵੀ ਨਹੀਂ ਹੈ, ਉਹ ਦੂਰੋਂ ਮੋਬਿਲਾਈਜ਼ ਕਰਕੇ ਲਿਆਂਦੇ ਗਏ। ਔਰ ਬੜੀ ਬਦਕਿਸਮਤੀ ਦੀ ਗੱਲ ਹੈ ਕਿ 2 ਟਰੱਕ ਪੱਥਰਾਂ ਦੇ ਉੱਥੇ ਪਹਿਲਾਂ ਹੀ ਪਏ ਸੀ ਬਾਰਡਰ ਤੇ ਸਿੱਟੇ ਹੋਏ। 2 ਟਰੱਕ ਪੱਥਰਾਂ ਦੇ ਜਿਹੜੇ ਕਿ ਵੀਡੀਓ ਨੇ ਆਪਾਂ ਨੂੰ ਦਿਖਾਇਆ, ਜਿਹੜੇ ਕਿ ਕੁੰਡਲੀ ਬਾਰਡਰ ਦੇ ਕੋਲੇ ਸੀਗੇ। ਤੇ ਉਹ ਬੰਦੇ ਉੱਥੇ ਆਰਾਮ ਨਾਲ ਪਹੁੰਚਦੇ ਆ, ਆਰਾਮ ਨਾਲ ਪਹੁੰਚ ਕੇ ਉਹ ਅਟੈਕ ਕਰਦੇ ਆ ਤੇ ਅਟੈਕ ਉਹ ਲੇਡੀਜ਼ ਦੇ ਕੈਂਪ ਤੇ ਵੀ ਜਿਹੜਾ ਕੋਈ ਟੈਂਟ ਲੱਗਿਆ ਉਹਤੇ ਵੀ ਅਟੈਕ ਕਰਦੇ ਆ। ਔਰ ਜਿਹੜੀ ਪੁਲਿਸ ਵਾਲੇ ਆ ਉੱਥੇ ਮੂਕ ਦਰਸ਼ਕ ਬਣ ਰਹਿੰਦੇ ਆ। ਔਰ ਜਦੋਂ ਜਿਹੜੇ ਐਜੀਟੇਟਰ ਹੈ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਪਣੀ ਰਾਖੀ ਕਰਨ ਲਈ ਕੋਈ ਹਥਿਆਰ ਵੀ ਕੱਢਦੇ ਨੇ, ਕੋਈ ਡੰਡਾ ਸੋਟਾ ਵੀ ਕੱਢਦੇ ਨੇ। ਇੱਕ ਅੱਧਾ ਨੌਜਵਾਨ ਜਾਂ ਉੱਥੇ ਜੋ ਹੈ ਪੰਜਾਬ ਦਾ ਜਿਹਨੂੰ ਆਪਾਂ ਨਿਹੰਗ ਬਾਬਾ ਕਹਿੰਦੇ ਆ, ਸ਼ਾਇਦ ਉਹ ਤਲਵਾਰ ਵਗੈਰਾ ਵੀ ਉੱਥੇ ਕੱਢ ਲੈਂਦਾ ਆਪਣੇ ਡਿਫੈਂਸ ਵਿੱਚ। ਫਿਰ ਪੁਲਿਸ ਉਹਨਾਂ ਤੇ ਅਟੈਕ ਕਰਦੀ ਹੈ। ਕੋਈ ਆ ਜਾਂਦਾ ਤੁਹਾਡੇ ਘਰ, ਕੋਈ ਆ ਜਾਵੇ ਤੁਹਾਨੂੰ, ਤੁਸੀਂ ਸੈਲਫ ਡਿਫੈਂਸ ਤਾਂ ਕਰਨੀ ਹੈ। ਹੋਰ ਕੌਣ ਕਰੇਗਾ? ਤੇ ਮੈਂ ਸਮਝਦਾ ਸ਼ੁਕਰ ਹੈ ਵਾਹਿਗੁਰੂ ਦਾ, ਸ਼ੁਕਰ ਹੈ ਕਿ ਉੱਥੇ ਬਹੁਤ ਵੱਡਾ ਕੋਈ ਇਸ ਕਿਸਮ ਦਾ ਘੱਲੂਘਾਰਾ ਨਹੀਂ ਹੋਇਆ। ਸੱਟਾਂ ਵੱਜੀਆਂ ਲੋਕਾਂ ਦੇ, ਕਈਆਂ ਨੂੰ ਜ਼ਿਆਦਾ ਸੱਟਾਂ ਵੀ ਲੱਗੀਆਂ ਨੇ, ਕੁਝ ਨੌਜਵਾਨ ਉੱਥੇ ਗੁੰਮ ਵੀ ਹੈ। ਪਰ ਉਹ ਬਿਲਕੁਲ ਉਹ 'ਚ ਫਿਰ ਇੱਕ ਗੱਲ ਸਪਸ਼ਟ ਆਉਂਦੀ ਹੈ ਕਿ ਜਿਵੇਂ ਜਰਮਨੀ ਵਿੱਚ ਜਿਹੜਾ ਹਿਟਲਰ ਸੀਗਾ ਉਹ ਮੌਬ ਨੂੰ ਭੇਜ ਕੇ ਲੋਕਾਂ ਤੇ ਅਟੈਕ ਕਰਾਉਂਦਾ ਸੀਗਾ, ਮੌਬ ਨੂੰ ਭੇਜ ਕੇ ਉਹ ਮਤਲਬ ਉਹ ਲੋਕਾਂ ਦੇ ਕਤਲ ਕਰਾਉਂਦਾ ਸੀ। ਸਟੇਟ ਮੈਨੂੰ ਇਹ ਲੱਗਦਾ ਕਿ ਸਟੇਟ ਨੂੰ ਇਹ ਲੱਗਦਾਗਾ ਕਿ ਜਿਹੜੇ ਸਾਨੂੰ ਵਿਧਾਨ 'ਚ ਮਿਲੇ ਹੋਏ ਅਧਿਕਾਰ ਹੈ, ਜਿਹੜੇ ਸਾਨੂੰ ਕਨਸਟੀਟਿਊਸ਼ਨ 'ਚ ਮਿਲੇ ਹੋਏ ਅਧਿਕਾਰ ਹੈ, ਉਹ ਕਾਫੀ ਨਹੀਂ ਹੈ। ਇਸ ਕਰਕੇ ਸਾਨੂੰ ਆਪਣੇ ਗੁੰਡੇ ਪਾਲ ਕੇ, ਸਾਨੂੰ ਆਪਣੇ ਮੌਬਸ ਨੂੰ ਉਕਸਾ ਕੇ ਉਹਨਾਂ ਤੇ ਸਾਨੂੰ ਸਿਵਲ ਸੁਸਾਇਟੀ ਤੇ ਔਰ ਸਾਨੂੰ ਜਿਹੜੇ ਐਜੀਟੇਟਰਸ ਤੇ ਹਮਲੇ ਕਰਨੇ ਚਾਹੀਦੇ ਆ। ਇਹ ਬਹੁਤ ਹੀ ਖਤਰਨਾਕ ਮੋੜ ਹੈ ਇਸ ਅੰਦੋਲਨ ਦਾ। ਔਰ ਜੇ ਇਸ ਤਰ੍ਹਾਂ ਹੀ ਇਹ ਚੱਲੀ ਜਾਂਦਾਗਾ, ਔਰ ਮੈਂ ਸਗੋਂ ਸ਼ਾਬਾਸ਼ ਦਿੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਮਾਹੌਲ ਵਿੱਚ ਵੀ ਆਪਣਾ ਸਿਦਕ ਬਣਾਈ ਰੱਖਿਆ, ਆਪਣਾ ਸਬਰ ਬਣਾਈ ਰੱਖਿਆ। ਉਹਨਾਂ ਨੇ ਆਪਣਾ ਬਚਾਅ ਤਾਂ ਕੀਤਾ, ਪਰ ਉਹਨਾਂ ਵੱਲੋਂ ਕੋਈ ਇਸ ਪ੍ਰੋਵੋਕੇਸ਼ਨ ਦੇ ਬਾਵਜੂਦ, ਇਸ ਘਟਨਾ ਦੇ ਵਾਪਰਨ ਦੇ ਬਾਵਜੂਦ ਉਹਨਾਂ ਨੇ ਕੋਈ ਕਾਊਂਟਰ ਹਮਲਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਉਸ ਕਿਸਮ ਦੀ ਜ਼ਿਆਦਾ ਦੇਰ ਬਾਅਦ। ਹਾਂ, ਸੋ ਇਹ ਗੱਲ ਹੈ। ਇਸ ਕਰਕੇ ਇਹ ਮੁਲਕ ਬਹੁਤ ਨਾਜ਼ੁਕ ਦੌਰ ਤੇ ਪਹੁੰਚ ਗਿਆ ਜਿੱਥੇ ਆਪਣੀਆਂ ਸਾਡੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੂੰ, ਸਾਡੀ ਸਿਵਲ ਸੁਸਾਇਟੀ ਨੂੰ ਔਰ ਸਾਡੀ ਕੋਰਟ ਨੂੰ, ਸਾਡੀ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਇਸ 'ਚ ਦਖਲ ਦੇਣਾ ਬਣਦਾ। ਔਰ ਮੈਨੂੰ ਸਗੋਂ ਲੱਗਦਾ ਗਾ ਇਹ ਕਿ ਇਹਦੀ ਸਾਰੀ ਘਟਨਾ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਨੂੰ ਕਿ ਇਹ ਵਾਇਲੈਂਸ ਫੈਲਾਉਣ ਵਾਲੇ ਕੌਣ ਸੀ, ਲਾਲ ਕਿਲ੍ਹੇ ਵੱਲ ਲਿਜਾਣ ਵਾਲੇ ਕੌਣ ਸੀ, ਜਿਹੜੀ ਇਹ ਸਿੰਘੂ ਬਾਰਡਰ ਤੇ ਜਾਂ ਗਾਜ਼ੀਪੁਰ ਬਾਰਡਰ ਤੇ ਅਟੈਕ ਕਰਨ ਵਾਲੇ ਕੌਣ ਸੀ, ਇਹ ਕੌਣ ਲੋਕ ਸੀ ਜਿਹੜੇ ਇੱਦਾਂ ਇਹ ਇਕੱਠੇ ਹੋ ਕੇ ਆਏ, ਜਿਨ੍ਹਾਂ ਨੇ ਕਾਇਦਾ ਕਾਨੂੰਨ ਆਪਣੇ ਹੱਥ 'ਚ ਲਿਆ ਔਰ ਜਿਨ੍ਹਾਂ ਨੇ ਕੋਸ਼ਿਸ਼ ਪੂਰੀ ਕੀਤੀ ਕਿ ਇਸ ਮੁਲਕ ਦਾ ਪੀਸਫੁਲ ਐਜੀਟੇਸ਼ਨ ਨੂੰ ਖੂਨ ਖਰਾਬੇ ਜਿਹੜਾ ਸੀਗਾ ਉਹ ਡੁਬੋ ਦਿੱਤਾ ਜਾਏ। ਮੈਂ ਇਸ ਕਰਕੇ ਸ਼ੁਕਰੀ ਕਰਦਾ ਵਾਹਿਗੁਰੂ ਦਾ ਕਿ ਇਸ ਤੋਂ ਬਚਾ ਰਿਹਾ। ਔਰ ਮੈਂ ਉਮੀਦ ਕਰਦਾ ਕਿ ਜਿਹੜੀਆਂ ਸਾਡੇ ਪੰਜਾਬ ਦੇ ਲੋਕ ਨੇ ਜਾਂ ਉੱਥੇ UP ਦੇ ਲੋਕ ਨੇ
ਕਿਉਂਕਿ ਇੱਕ ਇਹਦਾ ਫਾਇਦਾ ਜ਼ਰੂਰ ਭਾਰਤ ਜੀ ਹੋ ਗਿਆ, ਜਿਵੇਂ ਕੁਦਰਤ ਆਪਣੇ ਆਪ ਇਨਸਾਫ ਕਰਦੀ ਆ, ਕਿ ਜਿਹੜਾ ਮੋਰਚੇ ਤੇ ਇੱਕ ਦਬਾਅ ਪਿਆ ਸੀਗਾ ਮੋਰਚੇ ਦੇ ਉੱਪਰ, ਡਿਮੋਰਲਾਈਜੇਸ਼ਨ ਆਈ ਸੀਗੀ ਕਿ ਸ਼ਾਇਦ ਸਾਥੋਂ ਕੀ ਹੋ ਗਿਆ, ਤੇ ਸਾਨੂੰ ਲੋਕਾਂ ਦੇ ਕੁਝ ਲੱਗਦਾ ਸੀ ਵੀ ਸ਼ਾਇਦ ਉੱਥੋਂ ਗਿਣਤੀ ਘਟ ਰਹੀ ਹੈ ਜਾਂ ਵਾਪਸ ਮੁੜ ਰਹੇ ਨੇ। ਤੇ ਇਹ ਘਟਨਾਵਾਂ ਦੇ ਬਾਅਦ ਜਦੋਂ ਇਹ ਪੰਜਾਬ 'ਚ ਗੱਲ ਪਹੁੰਚੀ, ਯੂਪੀ 'ਚ ਗੱਲ ਪਹੁੰਚੀ, ਔਰ ਜਦੋਂ ਟਕੈਤ ਦਾ ਜਿਹੜਾ ਹੰਝੂ ਉਹਨਾਂ ਨੇ ਲੋਕਾਂ ਨੇ ਵੇਖਿਆ ਡਿੱਗਦਾ, ਇਮੋਸ਼ਨਲ ਅਪੀਲ ਉਹਦੀ ਜਿਹੜੀ, ਤੇ ਟਕੈਤ ਦਾ ਹੰਝੂ ਹੁਣ ਹਰੇਕ ਅੱਖ ਦਾ ਹੰਝੂ ਬਣ ਗਿਆ। ਟਕੈਤ ਦਾ ਹੰਝੂ ਇੱਕ ਸੈਲਾਬ ਬਣ ਗਿਆ ਗੰਦ ਨੂੰ ਧੋਣ ਵਾਸਤੇ, ਤੇ ਟਕੈਤ ਦਾ ਜਿਹੜਾ ਹੰਝੂ ਸੀ ਉਹ ਇੱਕ ਵੱਡੀ ਇੱਕ ਦੀਵਾਰ ਬਣ ਗਈ ਗੁੰਡਿਆਂ ਦੇ ਔਰ ਆਮ ਪੀਸਫੁਲ ਐਜੂਕੇਟਡ ਦੇ ਵਿਚਕਾਰ। ਤੇ ਹੁਣ ਖਬਰਾਂ ਇਹ ਆ ਰਹੀਆਂ, ਅੱਜ ਮੇਰੇ ਕਾਫੀ ਵੱਖ ਬੰਦੇ ਅੱਜ ਉੱਥੇ ਮਤਲਬ ਗਏ ਨੇ, ਜਿਨ੍ਹਾਂ ਨੇ ਮੈਨੂੰ ਉੱਥੇ ਫੋਨ ਕੀਤੇ ਨੇ, ਕਿ ਇੱਕ ਵਾਰੀ ਫੇਰ ਜਿਹੜੇ ਉਹ ਮੋਰਚੇ ਨੇ ਗਾਜ਼ੀ ਆਪਣੇ ਦੇ ਮੋਰਚਾ ਗਾਜ਼ੀਪੁਰ ਵਾਲਾ ਜਾਂ ਸਿੰਘੂ ਵਾਲਾ ਜਾਂ ਟਿਕਰੀ ਵਾਲਾ, ਕਿ ਫੇਰ ਉੱਥੇ ਬਹੁਤ ਵੱਡੇ ਪੱਧਰ ਤੇ ਰੌਣਕਾਂ ਜਿਹੜੀਆਂ ਪਰਤਾਈਆਂ ਨੇ, ਔਰ ਵੱਡੇ ਪੱਧਰ ਤੇ ਲੋਕ ਉੱਥੇ ਇੱਥੋਂ ਪੰਜਾਬ ਤੋਂ ਔਰ ਯੂਪੀ ਤੋਂ ਉੱਥੇ ਮਤਲਬ ਜਾ ਰਹੇ ਨੇ, ਤੇ ਹਰਿਆਣੇ ਤੋਂ ਮਤਲਬ ਜਾ ਰਹੇ ਨੇ। ਤੋ ਇਹ ਹਾਲਾਤ ਮੁੜ ਕੇ ਕ੍ਰੀਏਟ ਹੋਈ ਹੈ। ਔਰ ਦੂਸਰੇ ਪਾਸੇ ਇੱਕ ਨਵੀਂ ਘਟਨਾ ਇਹ ਵੀ ਆਪਾਂ ਵਾਪਰੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਘੱਟੋ ਘੱਟ 66 ਦਿਨਾਂ ਬਾਅਦ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ। ਹਾਂ, ਮੈਂ ਉਹ ਸਵਾਲ ਪੁੱਛਣ ਵਾਲਾ ਹੀ ਸੀ ਕਿ ਕੱਲ ਦੀ ਪ੍ਰਧਾਨ ਮੰਤਰੀ ਦੀ ਆਲ ਪਾਰਟੀ ਮੀਟਿੰਗ ਵਿੱਚ ਉਹਨਾਂ ਨੇ, ਪ੍ਰਧਾਨ ਮੰਤਰੀ ਨੇ ਕਿਹਾ ਵੀ ਜਿਹੜੀ ਸਾਡੀ ਆਫਰ ਹੈਗੀ ਆ ਉਹ ਐਸ ਸੱਚ ਸਟੈਂਡ ਕਰਦੀ ਹੈਗੀ ਆ, ਇਹ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਫੋਨ ਕਾਲ ਦਾ ਡਿਸਟੈਂਸ ਹੈਗਾ। ਇਹ ਹੁਣ ਕੀ ਲੱਗਦਾ ਹੈਗਾ, ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ, ਲੇਟੈਸਟ ਕੀ ਲੱਗਦਾ ਕੀ ਇਹਨਾਂ ਦਾ ਅਗਲਾ ਪ੍ਰੋਸੈਸ ਹੋਣਾ ਚਾਹੀਦਾ? ਅੱਜ ਇੱਕ ਗੱਲ ਤਾਂ ਇਹਦੇ ਦੋ ਪੱਖ ਨੇ। ਇੱਕ ਗੱਲ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਇਹ ਆਫਰ ਹੈ ਗੱਲਬਾਤ ਦੀ, ਉਹ ਜੇ ਹਾਫ ਹਾਰਟਡ ਹੈ, ਉਹ ਅੱਧ ਪਚੱਦੀ ਹੈ, ਕਿਉਂਕਿ ਉਹ ਇਹ ਨਹੀਂ ਕਹਿੰਦੇ ਕਿ ਆਓ ਆਪਾਂ ਖੁੱਲੇ ਮਨ ਨਾਲ ਗੱਲ ਕਰਾਂਗੇ, ਆਪਾਂ ਇਸ ਤੇ ਹਰ ਪੱਖ ਵਿਚਾਰਾਂਗੇ। ਅਜੇ ਉਹ ਕਹਿੰਦੇ ਆ ਮੇਰੀ ਗੱਲਬਾਤ ਉੱਥੋਂ ਕੁ ਤੱਕ ਹੀ ਜਾਏਗੀ ਜਿੱਥੋਂ ਤੱਕ ਤੋਮਰ ਨੇ ਆਫਰ ਦਿੱਤੀ, ਮੈਂ ਉੱਥੇ ਕਿ ਸਟੈਂਡ ਕਰਦਾ ਹੈਗਾ, ਠੀਕ ਹੀ ਸਟੈਂਡ ਕਰਦਾ, ਪਰ ਆ ਜਾਓ ਮੇਰੇ ਨਾਲ, ਤੁਸੀਂ ਗੱਲ ਕਰਨ ਵਾਸਤੇ ਆਉਣਾ ਤਾਂ ਆ ਜਾਓ। ਪਰ ਉਹਨਾਂ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਉਹਨਾਂ ਨੂੰ ਘੱਟੋ ਘੱਟ ਇਹ ਗੱਲ ਕਹੀ, ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਵਿੱਚ ਵੀ ਉਹਨਾਂ ਨੇ ਜਵਾਬ ਦੇਣਾ, ਔਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੀ ਉਹਨਾਂ ਨੂੰ ਉੱਥੇ ਕਾਫੀ ਕਾਰਨਰ ਕੀਤਾ। ਤੁਹਾਨੂੰ ਯਾਦ ਹੈ ਕਿ ਜਿਸ ਦਿਨ ਹੋਣਾ ਸੀ ਸੈਸ਼ਨ ਤੇ ਰਾਸ਼ਟਰਪਤੀ ਜੀ ਨੇ ਉਸ ਨੂੰ ਸੰਬੋਧਨ ਹੋਣਾ ਸੀਗਾ, ਉਹ 'ਚ 16-17 ਪਾਰਟੀਆਂ ਨੇ ਉਸ ਸੰਬੋਧਨ ਨੂੰ ਉਹਨਾਂ ਨੇ ਬਾਈਕਾਟ ਕੀਤਾ, ਉਹ ਅੰਦਰ ਨਹੀਂ ਗਏ ਇਸ ਰੋਸ ਵਿੱਚ। ਸੋ ਉਹਨਾਂ ਅੱਗੇ ਵੀ ਉਹਨਾਂ ਨੇ ਜਵਾਬ ਦੇਣਾ ਗਾ, ਤਾਂ ਘੱਟੋ ਘੱਟ ਉਹਨਾਂ ਨੇ ਚੁੱਪੀ ਜ਼ਰੂਰ ਤੋੜੀ ਹੈ, ਕਿ ਚੁੱਪੀ ਤੋੜੀ ਹੈ। ਔਰ ਮੈਨੂੰ ਉਮੀਦ ਹੈ ਕਿ ਅਸੀਂ ਚਾਹੁੰਦੇ ਵੀ ਹਾਂ ਕਿ ਕਿਸਾਨ, ਮੈਨੂੰ ਉਮੀਦ ਹੈ ਕਿ ਇਸ ਆਫਰ ਨੂੰ ਪ੍ਰਵਾਨ ਕਰਨਗੇ, ਘੱਟੋ ਘੱਟ ਉਹ ਗੱਲਬਾਤ ਵਾਸਤੇ ਜ਼ਰੂਰ ਉੱਥੇ ਉਹ ਜਾਣਗੇ। ਤੇ ਉੱਥੋਂ ਗੱਲਬਾਤ ਸਰਕਾਰ ਉਸ ਤੋਂ ਅੱਗੇ ਕਿੰਨਾ ਕੁ ਤੁਰਦੀ ਹੈ। ਔਰ ਇੱਕ ਨੈਰੇਟਿਵ ਵੀ ਹੈ ਜਿਹੜਾ ਸਾਨੂੰ ਕਿਸਾਨਾਂ ਨੂੰ ਵੀ ਬਦਲਣਾ ਚਾਹੀਦਾ, ਉਹ ਇਹ ਹੈ ਕਿ ਹੁਣ ਤੱਕ ਉਹ ਪ੍ਰਚਾਰ ਇਹ ਕਰ ਰਹੀ ਹੈ ਸਰਕਾਰ ਕਿ ਲਓ ਜੀ ਅਸੀਂ ਤਾਂ ਕਾਫੀ ਅੱਗੇ ਆ ਗਏ, ਅਸੀਂ ਸੋਧਾਂ ਦੀ ਵੀ ਗੱਲ ਕੀਤੀ, ਅਸੀਂ ਪਰਾਲੀ ਕਾਨੂੰਨ ਦੀ ਵੀ ਗੱਲ ਕੀਤੀ, ਅਸੀਂ ਜਿਹੜਾ ਬਿਜਲੀ ਦਾ ਕਾਨੂੰਨ ਬਣਨਾ ਸੀ ਉਹਦੀ ਵੀ ਗੱਲ ਕੀਤੀ, ਕਿ ਕਿਸਾਨ ਟਸ ਤੋਂ ਮਸ ਨਹੀਂ ਹੁੰਦੇ, ਇਸ ਕਰਕੇ ਡਿੱਕਾ ਹੈ। ਤਾਂ ਮੈਂ ਸਮਝਦਾ ਕਿਸਾਨ ਨੂੰ ਆਪਣਾ ਹੋਮ ਟਾਸਕ ਕਰਨਾ ਚਾਹੀਦਾ ਇਸ ਵੇਲੇ। ਔਰ ਇਹਨਾਂ ਨੂੰ ਜਿਹੜੇ ਕਾਊਂਟਰ ਪ੍ਰਪੋਜ਼ਲਸ ਨੇ, ਜਿਹੜੇ ਕਿ ਉਹਨਾਂ ਦੀਆਂ ਮੰਗਾਂ ਨੂੰ ਦੇ ਨਾਲ ਮੇਲ ਵੀ ਖਾਂਦੇ ਹੋਣ, ਪਰ ਸਰਕਾਰ ਨੂੰ ਕਹਿੰਦੇ ਹੋਣ ਕਿ ਠੀਕ ਹੈ ਤੁਸੀਂ ਇਸ ਤਰ੍ਹਾਂ ਕਰਕੇ ਵੇਖ ਲਓ। ਔਰ ਇਹ ਕਾਊਂਟਰ ਪ੍ਰਪੋਜ਼ਲ ਵੀ ਕੋਈ ਤਿਆਰ ਨੇ ਚਾਹੀਦੇ ਆ। ਇੱਕ ਜਿਵੇਂ ਸਰਕਾਰ ਆਲਰੇਡੀ ਕਹਿੰਦੀ ਹੈ ਕਿ ਅਸੀਂ 1.5 ਸਾਲ ਲਈ ਇਹਨਾਂ ਤੇ ਰੋਕ ਲਾਉਣੇ ਆ। ਮੇਰਾ ਖਿਆਲ ਹੈ ਜੋ ਮੈਂ ਭਾਵੇਂ ਕਿਸਾਨਾਂ ਦੇ ਬਿਹਾਫ ਤੇ ਨਹੀਂ ਕੋਈ ਗੱਲ ਕਰ ਸਕਦਾ, ਮੈਂ ਇੱਕ ਨਿਰਪੱਖ ਉਸ ਤਰ੍ਹਾਂ ਪਰਸਨਲ ਓਪੀਨੀਅਨ, ਮੈਂ ਆਪਣੀ ਇੱਕ ਨਿੱਜੀ ਰਾਏ, ਮੈਨੂੰ ਇਹ ਲੱਗਦਾ ਗਾ ਕਿ ਸਰਕਾਰ ਨੂੰ ਉਹਨੂੰ ਕਹਿਣਾ ਚਾਹੀਦਾ ਕਿ ਘੱਟੋ ਘੱਟ 1.5 ਸਾਲ ਨਹੀਂ, 3 ਸਾਲ ਵਾਸਤੇ ਘੱਟੋ ਘੱਟ ਇਸ ਤੇ ਮਤਲਬ ਲੱਗੇ। ਦੂਸਰੀ ਇਹ ਗੱਲ ਵੀ ਕਹਿਣੀ ਚਾਹੀਦੀ ਹੈ ਕਿ ਇਸ ਦੌਰਾਨ ਇੱਕ ਨਿਊਟਰਲ ਸਾਂਝੀ ਕਮੇਟੀ ਬਣੇ, ਜਿਹਦਾ ਪ੍ਰਧਾਨ ਵੀ ਨਿਊਟਰਲ ਹੋਵੇ, ਔਰ ਬੰਦੇ ਕਿਸਾਨੀ ਦੇ ਮਾਹਰ ਔਰ ਕਿਸਾਨ ਤੇ ਸਰਕਾਰ ਦੇ ਬੰਦੇ ਇਸ ਤਰ੍ਹਾਂ ਹੋਣ, ਉਹ ਇਸ ਤੇ ਚਰਚਾ ਕਰਨ ਕਿ ਇਸ ਵੇਲੇ ਦਾ ਹੱਲ ਕੀ ਨਿਕਲਦਾ ਗਾ ਔਰ ਕਿਵੇਂ ਇਹਦਾ ਹੱਲ ਕੱਢਿਆ ਜਾ ਸਕਦਾ। ਤੇ ਇਹ ਵੀ ਗੱਲ ਹੋਵੇ ਕਿ ਜਿੰਨੇ ਚਿਰ ਇਹ ਸਹਿਮਤੀ ਨਹੀਂ ਹੁੰਦੀ ਉਹਨੇ ਚਿਰ ਕਾਨੂੰਨ ਠੰਡੇ ਵਾਸਤੇ 'ਚ ਰਹਿਣਗੇ, ਔਰ ਇਹ ਕਾਨੂੰਨਾਂ ਤੇ ਕੋਈ ਅਮਲ ਜਿਹੜਾ ਹੈਗਾ ਨਹੀਂ ਸ਼ੁਰੂ ਕੀਤਾ ਜਾਏਗਾ। ਤੇ ਇੱਕ ਹੋਰ ਵੀ ਮੈਨੂੰ ਲੱਗਦਾ ਇਹ ਸੁਝਾਅ ਦਿੱਤਾ ਜਾਣ ਵਾਲਾ ਉਹ ਹੈਗਾ ਕਿ ਕੀ ਹਿੰਦੁਸਤਾਨ ਦੀ ਸਰਕਾਰ ਦਾ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਹੈ ਜਾਂ ਨਹੀਂ ਹੈ, ਉਹ 'ਚ ਸਟੇਟ ਦਾ ਕੀ ਰੋਲ।
ਤਾਂ ਇਹ ਵੀ ਸੁਝਾਅ ਸਾਨੂੰ ਦੇਣਾ ਚਾਹੀਦਾ। ਮੈਂ ਸਮਝਦਾ ਕਿ ਕੇਂਦਰ ਸਰਕਾਰ ਵਿਧਾਨ ਮੁਤਾਬਕ ਇਹ ਜਿਹਨੂੰ ਮੈਂਡੇਟਰੀ ਕਾਨੂੰਨ ਨਹੀਂ ਬਣਾ ਸਕਦੀ ਖੇਤੀ ਦੇ ਮਸਲੇ ਤੇ, ਉਹ ਸੁਜੈਸਟਿਵ, ਰਿਕਮੈਂਡੇਟਰੀ ਜਾਂ ਜਿਹਨੂੰ ਮਾਡਲ ਕਾਨੂੰਨ ਕਹਿੰਦੇ ਆ, ਉਹ ਮਾਡਲ ਕਾਨੂੰਨ ਬਣਾਵੇ ਤੇ ਉਹ ਸਟੇਟਾਂ ਨੂੰ ਭੇਜੇ ਤੇ ਉਹਦੇ ਤੇ ਉਹ ਸਟੇਟਾਂ ਦੀ ਵੀ ਸਹਿਮਤੀ ਲਵੇ। ਔਰ ਤਾਂ ਕਿ ਜਿਹੜਾ ਸਟੇਟਾਂ ਦਾ ਹੱਕ ਦਾ ਸਵਾਲ ਹੈ, ਫੈਡਰਲ ਰਾਈਟ ਦਾ ਸਵਾਲ ਹੈ, ਇਹ ਵੀ ਹੈ ਕਿ ਵੈਸੇ ਵੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜਿਹੜੀ ਹਿੰਦੁਸਤਾਨ ਦੀ ਖੇਤੀ ਹੈ ਉਹ ਬੜੇ ਕਲਾਈਮੇਟ ਜ਼ੋਨ ਨੇ, ਸੋਇਲ ਦੀਆਂ ਕੁਆਲਿਟੀ ਡਿਫਰੈਂਟ ਨੇ, ਕਿਤੇ ਕੋਈ ਫਸਲ ਹੁੰਦੀ ਹੈ, ਕਿਤੇ ਕੋਈ ਫਸਲ ਹੁੰਦੀ ਹੈ। ਜਿਹੜਾ ਏਡਾ ਵੱਡਾ ਦੇਸ਼ ਹੈ, ਕੋਈ ਇੱਕ ਕਾਨੂੰਨ ਤੇ ਇੱਕ ਕਿਸਮ ਦੀਆਂ ਸਮੱਸਿਆਵਾਂ ਕਿਸੇ ਰੀਜਨ ਦੀਆਂ ਨਹੀਂ ਹੈਗੀਆਂ। ਇਸੇ ਕਰਕੇ ਸ਼ਾਇਦ ਜਿਹੜੀ ਖੇਤੀ ਹੈ ਉਹ ਆਪਾਂ ਉਹ ਸੂਬਿਆਂ ਦੇ ਅਧਿਕਾਰ ਨੂੰ ਦਿੱਤੀ ਹੋਈ ਹੈ। ਇਸ ਕਰਕੇ ਸੂਬਿਆਂ ਨੂੰ ਵੀ ਕੌਨਫੀਡੈਂਸ ਲੈਣਾ ਚਾਹੀਦਾ ਤੇ ਉਹ ਕੋਈ ਮਾਡਲ ਬਣਾ ਕੇ ਉਹ ਸੂਬਿਆਂ ਦੇ ਕੋਲੇ ਭੇਜਣ ਤੇ ਸੂਬਿਆਂ ਦੀ ਰਾਏ ਵੀ ਲੈਣ। ਸੋ ਇਹ ਬਰਾਡਰ ਕੰਸਲਟੇਸ਼ਨ ਬਾਅਦ, ਲੰਬੇ ਤੌਰ ਤੇ ਇਹਦੇ ਵਿਚਾਰ ਵਟਾਂਦਰੇ ਬਾਅਦ ਇਸ ਤੇ ਕੋਈ ਕਾਨੂੰਨ ਨੂੰ ਫਾਈਨਲ ਸ਼ੇਪ ਦੇਣੀ ਬਣਦੀ ਹੈ। ਇਸ ਕਿਸਮ ਦੇ ਰਸਤੇ ਉਹਦੇ ਚ ਕੋਈ ਨਿਕਲਣ ਦੀ ਵੀ ਸੰਭਾਵਨਾ ਹੈ, ਕਿਉਂਕਿ ਮੈਂ ਜਿਸ ਤਰ੍ਹਾਂ ਕਹਿ ਚੁੱਕਿਆ, ਮੈਂ ਆਪਣੀ ਨਿੱਜੀ ਰਾਏ ਦੇ ਰਿਹਾ ਗਾ, ਨਾ ਜਿਵੇਂ ਸਰਕਾਰ ਵੱਲੋਂ ਨਾ ਕਿਸਾਨ ਭਰਾਵਾਂ ਵੱਲੋਂ ਮੈਂ ਕੋਈ ਗੱਲ ਕਹੀ ਜਾ ਸਕਦੀ ਹੈ। ਵੈਸੇ ਡਿਸਕਸ ਕਰ ਰਹੇ ਹਾਂ ਇਨਫੋਰਮਲੀ, ਪਰ ਮੈਨੂੰ ਇਸ ਕਰਕੇ ਲੱਗਦਾ ਉਹਦੇ ਨਾਲ ਕਈ ਪੇਚੀਦਗੀਆਂ, ਕਈ ਗੰਢਾਂ ਜਿਹੜੀਆਂ ਹੈਗੀਆਂ ਉਹ ਦੂਰ ਹੋਣ ਦੀ ਸੰਭਾਵਨਾ ਹੈਗਾ। ਪਰ ਡਿਪੈਂਡ ਫਿਰ ਇਸ ਗੱਲ ਤੇ ਕਰਦਾ ਕਿ ਸਰਕਾਰ ਇਹ ਕਾਨੂੰਨਾਂ ਨੂੰ ਡੰਡੇ ਦੇ ਜ਼ੋਰ ਨਾਲ ਲਾਗੂ ਕਰਨਾ ਚਾਹੁੰਦੀ ਹੈ ਜਾਂ ਕਿਸਾਨਾਂ ਦਾ ਮਨ ਜਿੱਤ ਕੇ, ਕਿਸਾਨਾਂ ਨੂੰ ਸਮਝਾ ਕੇ ਉਹ ਭਾਗੀਦਾਰ ਨੇ। 70-72 ਕਰੋੜ ਆਬਾਦੀ ਹੈ ਉਹਨਾਂ ਦੀ ਹਿੰਦੁਸਤਾਨ ਦੇ ਵਿੱਚ, ਔਰ ਅਸਲੀ ਜਮਹੂਰੀਅਤ ਵੀ ਉਦੋਂ ਹੀ ਵਜੂਦ ਵਿੱਚ ਆਉਂਦੀ ਹੈ। ਅਸਲੀ ਜਮਹੂਰੀ ਦਾ ਮਤਲਬ ਇਹ ਨਹੀਂ ਕਿ 5 ਸਾਲ ਬਾਅਦ ਤੁਹਾਡੀ ਵੋਟ ਪਾ ਲਈ ਤੇ ਮੁੜ ਕੇ ਜੋ ਮਰਜ਼ੀ ਕਰੀ ਚੱਲੋ। ਲੋਕਾਂ ਦੀ ਜਿੱਦਾਂ ਦੇ ਲੋਕੀ ਚਾਹੁੰਦੇ ਕਾਨੂੰਨ ਉਦਾਂ ਦੇ ਬਣਾ ਦਿਓ, ਔਰ ਨਾਲੇ ਤੁਹਾਨੂੰ ਕਾਨੂੰਨ ਕਿਹਨੇ ਕਿਹਾ ਸੀ ਵੀ ਕਾਨੂੰਨ ਬਣਾਓ? ਜੇ ਕਾਨੂੰਨ ਇਹ ਲੋਕਾਂ ਦੇ ਭਲੇ ਸੀਗੇ, ਕਿਹੜੇ ਲੋਕਾਂ ਨੇ ਤੁਸੀਂ ਮੰਗਿਆ ਸੀ? ਔਰ ਸਰਕਾਰ ਇਹ ਵੀ ਦੱਸੇ ਕਿ ਉਹਨਾਂ ਦੀ ਮਜਬੂਰੀ ਕੀ ਹੈ, ਉਹ ਕੌਣ ਹੈ ਜੋ ਉਹਨਾਂ ਨੂੰ ਦਬਾ ਰਿਹਾ ਕਿ ਇਹੋ ਜਿਹੇ ਕਾਨੂੰਨ ਬਣਾਓ ਤੇ ਇਸ ਨੂੰ ਵਾਪਸ ਨਾ ਲਓ। ਤਾਂ ਇਹ ਬਾਲ ਫੇਰ ਜਿਹੜੀਆਂ ਸਰਕਾਰ ਦੇ ਦਾਇਰੇ 'ਚ ਜਾਣੀ ਚਾਹੀਦੀ ਹੈ ਔਰ ਕਿਸਾਨਾਂ ਨੂੰ ਇੱਕ ਜਿਹਨੂੰ ਕਹਿੰਦੇ ਆ ਇੱਕ ਲਚਕਦਾਰ ਪਰ ਇੱਕ ਸੂਝਵਾਨ ਤੇ ਇੱਕ ਕਹਿੰਦੇ ਆ ਆਲਟਰਨੇਟਿਵ ਜਿਹੜੇ ਆ ਉਹ ਸਰਕਾਰ ਸਾਹਮਣੇ ਪੁੱਛੇ ਚਾਹੀਦੇ ਆ, ਤਾਂ ਕਿ ਸਰਕਾਰ ਫੇਰ ਕਟਹਿਰੇ 'ਚ ਖੜੀ ਹੋ ਜਾਏ ਤੇ ਜਾਂ ਉਹ ਲੋਕਾਂ ਦੀਆਂ ਮੰਗਾਂ ਜਿਹੜੀਆਂ ਹੈ ਉਹ ਮੰਨੇ। ਇੱਕ ਅਖੀਰ ਵਿੱਚ 1 ਮਿੰਟ ਵਿੱਚ ਫਾਰਮਲੀ ਮੋਦੀ ਸਾਹਿਬ ਨੂੰ ਇੱਕ ਆਪਣੇ ਵੱਲੋਂ ਜ਼ਰੂਰ ਅਪੀਲ ਕਰ ਦਿਓ ਵੀ ਮੋਦੀ ਸਾਹਿਬ ਦੀ ਗ੍ਰੇਟਨੈਸ ਇਸੇ ਗੱਲ 'ਚ ਆ, ਇਹਨੂੰ ਮਸਲੇ ਨੂੰ, ਕਿਉਂਕਿ ਆਊਟ ਆਫ ਪ੍ਰਪੋਰਸ਼ਨ ਜਾ ਰਿਹਾ ਹੈਗਾ, ਇਹਨੂੰ ਇਮੀਡੀਏਟਲੀ ਸੋਲਵ ਕਰਕੇ 2-4-5 ਦਿਨ ਵਿੱਚ, ਕਿਉਂਕਿ ਸਰਕਾਰਾਂ ਨੇ ਵੀ ਬਹੁਤ ਸਾਰੇ ਧਿਆਨ ਹੁੰਦਾ ਹੈਗਾ ਸਰਕਾਰਾਂ ਦਾ, ਇਹਨਾਂ ਕਿਸਾਨਾਂ ਨੇ ਵੀ ਆਪਣੇ ਆਪਣੇ ਕੰਮ ਕਰਨੇ ਹੁੰਦੇ। ਮੈਂ ਭਾਰਤ ਸਾਹਿਬ ਬੜੀ ਜ਼ੋਰ ਦੀ ਤੁਹਾਡੇ ਰਾਹੀਂ ਔਰ ਇਸ ਚੈਨਲ ਰਾਹੀਂ ਅਪੀਲ ਕਰਨਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ, ਇਹ ਇਤਿਹਾਸਿਕ ਮੌਕਾ ਹੈਗਾ। ਪ੍ਰਧਾਨ ਮੰਤਰੀ ਆਉਂਦੇ ਜਾਂਦੇ ਰਹਿੰਦੇ ਆ, ਮੁਲਕ ਨੇ ਹਮੇਸ਼ਾ ਰਹਿਣਾ। ਔਰ ਜਿਹੜਾ ਕੋਈ ਬੰਦਾ ਓਡਾ ਵੱਡਾ ਹੁੰਦਾ ਜਿੱਦਾਂ ਲੋਕਾਂ ਦੇ ਮਨ ਨੂੰ ਜਿੱਤ ਸਕਦਾ, ਉਹ ਕੋਈ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਲੋਕਾਂ ਤੋਂ, ਜਿਹੜੀ 130 ਕਰੋੜ ਬੰਦੇ ਹੈ ਉਹਨਾਂ ਤੋਂ ਵੱਡਾ ਨਹੀਂ ਹੋ ਸਕਦਾ। ਤੁਸੀਂ ਇੱਕ ਲੋਕਾਂ ਦੇ ਨੁਮਾਇੰਦੇ ਹੋ, ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਤਾਨਾਸ਼ਾਹ ਨਹੀਂ ਹੋ। ਔਰ ਇਸ ਕਰਕੇ ਤੁਸੀਂ ਜੋ ਇੰਨਾ ਵਕਤ ਬੀਤ ਚੁੱਕਿਆ, ਹਜੇ ਜਿਵੇਂ ਕਹਿੰਦੇ ਆ, ਸ਼ਾਇਦ ਇਹ ਕਹਿ ਲਓ ਕਿ ਹਜੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਅਜੇ ਵੀ ਲੋਕਾਂ ਨੂੰ ਗੱਲ ਚਲਾਓ। ਪਰ ਮੈਂ ਇਹ ਵੀ ਕਹਾਂਗਾ, ਅਪੀਲ ਕਰਾਂਗਾ ਪ੍ਰਧਾਨ ਮੰਤਰੀ ਜੀ ਨੂੰ ਕਿ ਜਿਨ੍ਹਾਂ ਤੇ ਝੂਠੇ ਕੇਸ ਬਣੇ ਨੇ ਜਾਂ ਜਿਨ੍ਹਾਂ ਤੇ ਤੁਸੀਂ ਪਰਚੇ ਬਣਾਏ ਹੋਏ ਨੇ, ਉਹਨਾਂ ਲੋਕਾਂ ਤੇ ਵੀ ਜਿਹੜੇ ਕਿ ਉਸ ਰੂਟ ਤੇ ਵੀ ਨਹੀਂ ਗਏ, ਜਿਹੜੇ ਉੱਥੇ ਲਾਲ ਕਿਲੇ ਪਹੁੰਚੇ ਵੀ ਨਹੀਂ ਹੈ, ਔਰ ਉਹਨਾਂ ਤੇ ਨੂੰ ਵੀ ਤੁਰਸ ਰਿਹਾ ਕਰੋ ਤਾਂ ਕਿ ਉਹਨਾਂ ਨੂੰ ਕੋਈ ਠੰਡ ਠਾਰ ਪਵੇ ਤੇ ਉਹਨਾਂ ਨੂੰ ਵੀ ਸੰਭਾਲੋ ਜਿਹੜੀਆਂ ਇੱਕ ਗੁੰਡਿਆਂ ਦੀਆਂ ਧਾੜਾਂ ਉੱਥੇ ਲੋਕਾਂ ਤੇ ਹਮਲੇ ਕਰਦੀਆਂ ਫਿਰਦੀਆਂ ਨੇ। ਇਸ ਤਰ੍ਹਾਂ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਵਜੋਂ ਨਹੀਂ, ਤੁਸੀਂ ਇੱਕ ਦੇਸ਼ ਦੇ ਨੁਮਾਇੰਦੇ ਵਜੋਂ, ਇੱਕ ਸਟੇਟਸਮੈਨ ਵਜੋਂ ਅੱਗੇ ਆਓ। ਮੈਂਬਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਇਹੋ ਐਕਸਪੈਕਟ ਕੀਤਾ ਜਾਂਦਾ ਹੈਗਾ ਵੀ ਇੱਕ ਫੈਮਿਲੀ ਹੈਡ ਕੰਮ ਕਰ। ਮੈਨੂੰ ਇੱਕ ਇਹ ਵੀ ਉਮੀਦ ਹੈ, ਜਿਵੇਂ ਕਿਹਾ ਜਾਂਦਾ ਹੈਗਾ ਕਿ ਪੰਜਾਬੀਆਂ ਦੇ ਵੀ ਬੜੇ ਖੁੱਲ੍ਹ ਦਿਲੇ ਪੰਜਾਬੀ ਹੈ, ਜਿਵੇਂ ਕਹਿੰਦੇ ਆ ਵੀ ਤੁਸੀਂ ਪਿਆਰ ਨਾਲ ਚਾਹੇ ਜਾਨ ਲੈ ਲਓ ਔਰ ਪਰ ਆਕੜ ਜਾਂ ਨਹੀਂ ਮੰਨਣੀ। ਇਹਨਾਂ ਭਾਵਨਾਵਾਂ ਦਾ ਵੀ ਸਤਿਕਾਰ ਕਰੋ ਔਰ ਜੋ ਇਸ ਮਹਾਨ ਧਰਤੀ ਹੈ ਪੰਜਾਬ ਦੀ, ਗੁਰੂਆਂ ਰਿਸ਼ੀਆਂ ਮੁਨੀਆਂ ਦੀ, ਇਹਦਾ ਸਤਿਕਾਰ ਕਰਦੇ ਹੋਏ ਇਹਨਾਂ ਲੋਕਾਂ ਨੂੰ ਆਪਣੇ ਕਲਾਵੇ 'ਚ ਲਓ, ਇਹਨਾਂ ਲੋਕਾਂ ਨੂੰ ਪਿਆਰ ਦਿਓ, ਨਾ ਕਿ ਡੰਡਾ ਚੱਕ ਕੇ ਇਹਨਾਂ ਦੇ ਦੁਆਲੇ ਫਿਰੋ। ਤੇ ਮੈਨੂੰ ਉਮੀਦ ਹੈ ਜੇ ਪ੍ਰਧਾਨ ਮੰਤਰੀ ਜੀ ਇਸ ਕਿਸਮ ਦੀਆਂ ਭਾਵਨਾ ਨੂੰ ਲੈ ਕੇ ਅੱਗੇ ਆਉਣਗੇ ਤੇ ਇਸ ਮਸਲੇ ਦਾ ਹੱਲ ਵੀ ਕੋਈ ਨਾ ਕੋਈ ਜ਼ਰੂਰ ਨਿਕਲੇਗਾ। ਤੇ ਇਹੀ ਮੇਰੀ ਦੁਆ ਹੈ, ਇਹੀ ਮੇਰੀ ਬੇਨਤੀ ਹੈ, ਇਹੀ ਮੇਰੀ ਪ੍ਰਾਰਥਨਾ ਹੈ। ਚਲੋ ਵਈਆ ਸਾਹਿਬ, ਤੁਸੀਂ ਸਾਡੇ ਨਾਲ ਆਨਲਾਈਨ ਖੰਨਾ ਤੋਂ ਜੁੜੇ, ਬਹੁਤ ਬਹੁਤ ਮਿਹਰਬਾਨੀ। ਆਪਾਂ ਆਸ ਕਰਦੇ ਹਾਂ ਪ੍ਰਧਾਨ ਮੰਤਰੀ ਜੀ
ਜਲਦੀ ਕੁਛ ਨਾ ਕੁਛ ਪ੍ਰਾਇਰਟੀ ਤੇ ਇਹਦਾ ਹੱਲ ਕੱਢਣਗੇ। ਕਿਸਾਨਾਂ ਨੂੰ ਵੀ ਬੇਨਤੀ ਹੈਗਾ, ਇਹ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਇਹਦਾ ਵੀ ਤੁਸੀਂ ਵੀ ਕੋਈ ਵਧੀਆ ਸਰਕਾਰ ਨਾਲ ਰਲ ਕੇ ਕੋਈ ਵਧੀਆ ਸੋਲੂਸ਼ਨ ਕੱਢੋ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਅਗਲੇ ਹਫ਼ਤੇ ਫਿਰ ਜੁੜਾਂਗੇ। ਔਰ ਤੁਹਾਡੇ ਸਰੋਤਿਆਂ ਦਾ, ਤੁਹਾਡੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ।